ਸਾਥੀਓ ਸਭ ਤੋਂ ਪਹਿਲਾਂ ਜਿਹੜਾ ਕਰੰਟ ਅਫੇਅਰ ਆ ਨਾ, ਜੇ ਤੁਸੀਂ ਨਿਊਜ਼ ਪੜ੍ਹਦੇ ਹੋ ਮੰਨ ਲਾ ਟੱਚ ਹੋ, ਇੱਕ ਨਾ ਨਵੀਂ ਬਿਮਾਰੀ ਬਾਰੇ ਪਤਾ ਲੱਗਿਆ, ਦੈਟ ਇਜ਼ ਮੌਂਕੀ ਪੌਕਸ। ਸ਼ਾਇਦ ਫੋਟੋਆਂ ਵੀ ਕਾਫੀ ਆ ਰਹੀਆਂ ਨੇ ਅੱਜ ਕੱਲ੍ਹ ਮੌਂਕੀ ਪੌਕਸ ਦੀਆਂ। ਇੱਕ ਮੁੰਡਾ ਹੈਗਾ, ਉਹਦੇ ਵੱਡੇ ਵੱਡੇ ਫੋੜੇ ਜਿਹੇ ਹੋ ਗਏ, ਕਹਿਣ ਦਾ ਮਤਲਬ ਸਮਝੇ ਗੱਲ ਨੂੰ। ਤਾਂ ਇੱਕ ਨਵੀਂ ਰੇਅਰ ਡਿਸੀਜ਼, ਰੇਅਰ ਹੁੰਦੀ ਜਿਹੜੀ ਕਦੇ ਕਦਾਈ ਹੋਵੇ, ਕਹਿਣ ਦਾ ਮਤਲਬ, ਪਰ ਵਾਇਰਲ ਦਾ ਮਤਲਬ ਕੀ ਹੈਗਾ, ਇੱਕ ਛੂਤ ਛਾਤ ਦੀ ਹੈ, ਇੱਕ ਬੰਦੇ ਦੂਜੇ ਬੰਦੇ ਤੱਕ ਕੀ ਹੈ, ਜਡਿਸ ਕੀ ਹੈ, ਫੈਲਦੀ ਹੈ, ਵਾਇਰਲ ਡਿਸੀਜ਼ ਹੈ। ਕਹਿਣ ਦਾ ਮਤਲਬ ਕੁਐਸਚਨ ਆਊਗਾ ਕਿ ਰੀਸੈਂਟ ਦੇ ਵਿੱਚ ਮੌਂਕੀ ਪੌਕਸ ਜਿਹੜੀ ਬਿਮਾਰੀ ਆ, ਜੋ ਸਕਿਨ ਦੀ ਬਿਮਾਰੀ ਆ, ਉਹਦਾ ਪਹਿਲਾ ਕੇਸ ਕਿੱਥੇ ਦੇਖਣ ਨੂੰ ਮਿਲਿਆ? ਪਹਿਲਾ ਕੇਸ ਕਿੱਥੇ ਦੇਖਣ ਨੂੰ ਮਿਲਿਆ ਸਾਥੀਓ? ਇਹਦਾ ਉੱਤਰ ਹੈ ਇੰਗਲੈਂਡ ਦੇ ਵਿੱਚ। ਧਿਆਨ ਰੱਖਣਾ, ਕਰੋਨਾ ਤੋਂ ਬਾਅਦ, ਹਾਂ ਯੂਕੇ ਦੇ ਵਿੱਚ ਕਰੋਨਾ ਤੋਂ ਬਾਅਦ ਹੁਣ ਅੱਜ ਕੱਲ੍ਹ ਇਹੋ ਜਿਹੇ ਕੁਐਸਚਨ ਜ਼ਿਆਦਾ ਪੇਪਰ 'ਚ ਆਉਣ ਲੱਗ ਗਏ, ਕਿਉਂਕਿ ਸਰਕਾਰਾਂ ਜ਼ਿਆਦਾ ਧਿਆਨ ਨਾਲ ਵੀ ਕਿੱਥੇ ਕੋਈ ਨਵੀਂ ਬਿਮਾਰੀ ਛੇੜ ਰਹੀ ਆ, ਉਹਦੇ 'ਤੇ ਜ਼ਿਆਦਾ ਐਕਟਿਵ ਹੋ ਗਏ। ਲਿਖੋ ਪਹਿਲਾਂ ਕਿ ਮੌਂਕੀ ਪੌਕਸ ਬਿਮਾਰੀ ਦਾ ਪਹਿਲਾ ਕੇਸ ਯੂਕੇ ਦੇ ਵਿੱਚ ਦੇਖਣ ਨੂੰ ਮਿਲਿਆ। ਉਵੇਂ ਸਾਥੀ ਇੱਕ ਹੋਰ, ਹਾਲਾਂਕਿ ਬਰਡ ਫਲੂ ਹੁੰਦਾ, ਬਰਡ ਫਲੂ ਦਾ ਮਤਲਬ ਕੀ ਹੈ, ਜਿਹੜੀ ਬਿਮਾਰੀ ਪੰਛੀਆਂ ਤੋਂ ਹੁੰਦੀ ਹੈ ਨਾ। ਤੁਹਾਨੂੰ ਯਾਦ ਹੋਊਗਾ ਅੱਜ 2-3 ਸਾਲ ਪਹਿਲਾਂ ਬਰਡ ਫਲੂ ਦੀ ਬਿਮਾਰੀ ਆਈ ਸੀ, ਵੱਡੇ ਪੱਧਰ 'ਤੇ ਮੁਰਗੇ ਮਾਰਦੇ ਸੀਗੇ, ਬੱਤਖਾਂ ਮਾਰਤੀਆਂ ਸੀਗੀਆਂ, ਤੇ ਤਾਂ ਕਿ ਪੰਛੀਆਂ ਤੋਂ ਬਿਮਾਰੀ ਕੀ ਸਾਨੂੰ ਨਾ ਹੋਵੇ। ਤਾਂ ਉਵੇਂ ਇੱਕ ਹੋਰ ਬਰਡ ਫਲੂ ਦਾ ਨਵਾਂ ਇੱਕ ਵਾਇਰਸ ਦੈਟ ਇਸ ਕੇ ਨਿਊਜ਼ 'ਚ ਆਇਆ ਹੈਗਾ, ਜਿਹਦਾ ਨਾਮ ਹੈਗਾ H5N1। ਜਿਹੜਾ ਪਹਿਲਾਂ ਵਾਲਾ ਸੀਗਾ ਉਹ ਸੀਗਾ H1N1। ਹੁਣ ਜਿਹੜਾ ਨਵਾਂ ਆਇਆ H5N1 ਵਾਇਰਸ ਬਰਡ ਫਲੂ ਦਾ ਦੇਖਣ ਨੂੰ ਮਿਲਿਆ, ਜਿਹਦਾ ਪਹਿਲਾ ਕੇਸ ਕਿਹਦੇ ਵਿੱਚ ਆਇਆ ਹੈਗਾ? ਅਮਰੀਕਾ ਦੇ ਵਿੱਚ ਆਇਆ। ਧਿਆਨ ਰੱਖਣਾ। ਤਾਂ ਦੋ ਬਿਮਾਰੀਆਂ ਨਿਊਜ਼ ਚੱਲ ਰਹੀਆਂ ਨੇ, ਇੱਕ ਤਾਂ ਮੌਂਕੀ ਪੌਕਸ, ਇਹ ਤਾਂ ਕਾਫੀ ਨਿਊਜ਼ ਦੇ ਵਿੱਚ ਆ, ਕਿਉਂਕਿ ਇਹ ਬਿਮਾਰੀ ਵਾਇਰਲ ਕਹਿ ਰਹੇ ਨੇ, ਤਾਂ ਬੰਦੇ ਤੋਂ ਬੰਦੇ 'ਚ ਹੋਣ 'ਚ ਲੱਗ ਰਹੀਆਂ ਨੇ, ਤਾਂ ਕਰਕੇ ਸਰਕਾਰਾਂ ਚਾਹੁੰਦੀਆਂ ਵੀ ਛੇਤੀ ਇਹਨੂੰ ਕੰਟਰੋਲ ਕੀਤਾ ਜਾਵੇ। ਪਰ ਇਹ ਬਿਮਾਰੀ ਪੰਛੀਆਂ ਤੋਂ ਹੁੰਦੀ ਹੈ, ਜ਼ਿਆਦਾ ਵਾਇਰਲ ਹੋਣ ਦੇ ਚਾਂਸਸ ਨਹੀਂ ਹੁੰਦੇ, ਪਰ ਨਿਊਜ਼ ਦੇ ਵਿੱਚ ਚੱਲ ਰਹੀ ਹੈ ਵੀ ਇਹਦਾ ਵੀ ਪਹਿਲਾ ਕੇਸ ਦੇਖਣ ਨੂੰ ਮਿਲਿਆ। H5N1 ਪੁੱਛੇ ਵੀ ਕੀ ਹੈਗਾ, ਤੇ ਇੱਕ ਵਾਇਰਸ ਦਾ ਨਾਮ ਕਰ ਹੈਗਾ, ਸਮਝੇ ਗੱਲ ਨੂੰ। ਵਾਇਰਸ ਦਾ ਨਾਮ ਹੈ, ਬਰਡ ਫਲੂ ਦੇ ਬਹੁਤ ਸਾਰੇ ਵਾਇਰਸ ਹੁੰਦੇ ਨੇ, ਤਾਂ ਉਹ 'ਚ ਇੱਕ ਵਾਇਰਸ ਜਿਹੜਾ ਨਵਾਂ ਲੱਭਿਆ ਗਿਆ ਉਹ ਕੌਣ ਹੈਗਾ? H5N1 ਵਾਇਰਸ ਆ, ਜੋ ਕਿੱਥੇ ਕੇਸ ਦੇਖਣ ਨੂੰ ਮਿਲਿਆ? ਅਮਰੀਕਾ ਦੇ ਵਿੱਚ ਕੇਸ ਦੇਖਣ ਨੂੰ ਮਿਲਿਆ। ਅੱਗੇ ਚੱਲਦੇ ਸਾਥੀਓ, ਇੱਕ ਬੰਦਾ ਸੈਕਿੰਡ ਨਿਊਜ਼ ਕੀ ਆ ਕਿ ਰੀਸੈਂਟ ਦੇ ਵਿੱਚ ਇੱਕ ਬੰਦਾ ਜੌਹਨ ਲੀ ਨਵੇਂ ਪ੍ਰਧਾਨ ਮੰਤਰੀ ਬਣੇ ਨੇ। ਕੁਐਸਚਨ ਆਊ ਵੀ ਰੀਸੈਂਟ 'ਚ ਜੌਹਨ ਲੀ ਕਿੱਥੋਂ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਸਾਥੀਓ? ਤਾਂ ਇੱਕ ਦੇਸ਼ ਆ ਹਾਂਗਕਾਂਗ। ਧਿਆਨ ਰੱਖਣਾ, ਚਾਈਨਾ ਦੇ ਨਾਲ ਹੀ ਲੱਗਦਾ, ਹਾਲਾਂਕਿ ਇੱਕ ਅਲੱਗ ਦੇਸ਼ ਨਹੀਂ ਕਹਿੰਦੇ ਅਸੀਂ। ਬਹੁਤ ਇੰਟਰਸਟਿੰਗ ਗੱਲ ਆ ਹਾਂਗਕਾਂਗ ਦੀ। ਚਾਈਨਾ ਜਦੋਂ ਹੁੰਦਾ ਸੀ ਪੁਰਾਣਾ, ਸੁਣ ਤੋਂ ਵਧੀਆ ਲੱਗੂ ਗੱਲ, ਚਾਈਨਾ ਦੇ ਨਾਲ ਨਾ ਇੰਗਲੈਂਡ ਦਾ ਵਪਾਰ ਹੁੰਦਾ ਸੀ। ਜਦੋਂ ਅੰਗਰੇਜ਼ ਨਾ ਭਾਰਤ 'ਚ ਰਾਜ ਕਰਦੇ ਸੀਗੇ, ਤਾਂ ਵੱਡੇ ਪੱਧਰ 'ਤੇ ਅਫੀਮ ਦੀ ਖੇਤੀ ਭਾਰਤ 'ਚ ਹੁੰਦੀ ਸੀ, ਅਤੇ ਚਾਹ ਦੀ ਖੇਤੀ। ਚਾਹ ਅਤੇ ਅਫੀਮ ਸਾਥੀਓ ਅੰਗਰੇਜ਼ ਕੀ ਹੈ, ਭਾਰਤ ਵਿੱਚ ਉਗਾਉਂਦੇ, ਅਤੇ ਭਾਰਤ ਵਿੱਚ ਉਗਾ ਕੇ ਉਹ ਕਿਹਨੂੰ ਭੇਜਦੇ? ਚੀਨ ਨੂੰ ਭੇਜਦੇ। ਚੀਨ ਨੂੰ ਵੱਡੇ ਪੱਧਰ 'ਤੇ ਚਾਹ ਭੇਜੀ ਜਾਂਦੀ, ਅਫੀਮ ਭੇਜੀ ਜਾਂਦੀ, ਜਿਹਦੇ ਕਰਕੇ ਹੌਲੀ ਹੌਲੀ ਚੀਨੀ ਚਾਹ ਅਤੇ ਅਫੀਮ ਦੇ ਇੰਨੇ ਕੁ ਆਦੀ ਹੋ ਗਏ, ਕਹਿਣ ਦਾ ਮਤਲਬ ਇਸ ਕਰ ਵੀ ਉਹਨਾਂ ਕੋਲੇ ਭਾਵੇਂ ਰੁਪਈਆ ਘੱਟ ਹੁੰਦਾ, ਉਹ ਕਹਿੰਦੇ ਹੋਰ ਭੇਜ ਦਿਓ, ਕਰਦੇ ਕਰਾਉਂਦੇ ਚੀਨ 'ਤੇ ਕੀ ਹੋ ਗਿਆ? ਕਰਜ਼ਾ ਚੜ੍ਹ ਗਿਆ ਵੱਡੇ ਪੱਧਰ ਦੇ ਵਿੱਚ ਕਰ। ਤਾਂ ਅੰਗਰੇਜ਼ ਕਹਿੰਦੇ ਸਾਡਾ ਕਰਜ਼ਾ ਭਾਈ ਵਾਪਸ ਕਰੋ, ਤੁਸੀਂ ਸਮਾਨ ਲੈ ਇੰਨਾ ਜ਼ਿਆਦਾ। ਤਾਂ ਚੀਨੀ ਕਹਿੰਦੇ ਸਾਡੇ ਕੋਲ ਸਮਾਨ ਨਹੀਂ ਹੈਗਾ, ਸਾਡਾ ਇੱਕ ਇਲਾਕਾ ਹੈਗਾ ਹਾਂਗਕਾਂਗ ਦਾ ਇਲਾਕਾ, ਅਸੀਂ ਤੁਹਾਨੂੰ 99 ਸਾਲਾਂ ਕੀਤੇ ਦੇ ਦਿਆਂਗੇ, ਲੀਜ਼ 'ਤੇ ਦੇ ਦਿਆਂਗੇ। ਪਰ 99 ਸਾਲ ਵਾਸਤੇ ਇਲਾਕਾ ਕੀ ਹੋ ਗਿਆ? ਤੁਹਾਡਾ ਹੋ ਗਿਆ। ਤਾਂ ਸਾਥੀਓ 1897 ਦੇ ਵਿੱਚ ਚੀਨ ਨੇ ਆਪਣਾ ਹਾਂਗਕਾਂਗ ਵਾਲਾ ਇਲਾਕਾ ਕਿਹਨੂੰ ਦਿੱਤਾ ਸੀਗਾ? ਅੰਗਰੇਜ਼ਾਂ ਨੂੰ ਦਿੱਤਾ ਸੀ। ਇੰਗਲੈਂਡ ਵਾਲਾ ਲੀਜ਼ 99 ਸਾਲੀ ਤੇ ਬਸ ਵੀ ਛੋਟਾ ਹੋ ਗਿਆ, ਕਹਿੰਦਾ 99 ਸਾਲਾਂ ਵਾਸਤੇ। 1997 ਦੇ ਵਿੱਚ ਜਾ ਕੇ ਅਸੀਂ ਦੇਖਦੇ ਹਾਂ ਕਿ ਉਹ 100 ਸਾਲ ਬਾਅਦ ਆਪਣੀ ਗੱਲ ਚੱਲ ਰਹੀ ਸੀ ਪੁੱਤਰੋ। ਕੀ ਗੱਲ ਹੈ ਕਿ 1997 ਦੇ ਵਿੱਚ ਨਾ 100 ਸਾਲ ਬਾਅਦ, 99 ਸਾਲਾਂ ਬਾਅਦ ਇਹ ਇਲਾਕਾ ਅੰਗਰੇਜ਼ਾਂ ਨੇ ਵਾਪਸ ਕਰਤਾ। ਕਿਹਨੂੰ? ਚੀਨ। ਸਮਝੇ ਗੱਲ? ਇਲਾਕਾ ਵਾਪਸ ਕਰਤਾ ਚੀਨ ਨੂੰ।
ਪਰ 97 'ਚ ਆ ਕੇ ਲੋਕਾਂ 'ਚ ਇੰਨਾ ਚੇਂਜ ਆ ਗਿਆ 100 ਸਾਲ ਤੋਂ ਲੋਕ ਚਾਹੁੰਦੇ ਨਹੀਂ ਸੀ ਹਾਂਗਕਾਂਗ ਦੇ ਲੋਕ ਨਹੀਂ ਸੀ ਚਾਹੁੰਦੇ ਵੀ ਅਸੀਂ ਕਿਹਦੇ ਨਾਲ ਜਾਈਏ ਦੁਬਾਰਾ ਤੋਂ ਚੀਨ ਨਾਲ ਜਾਈਏ ਸਮਝੇ ਗੱਲ ਨੂੰ ਕਿਉਂਕਿ ਚੀਨ ਤੁਹਾਨੂੰ ਮੈਂ ਦੱਸਿਆ ਸੀਗਾ ਉੱਥੇ ਦੀ ਸਰਕਾਰ ਆ ਉਹ ਕਿ ਕਮਿਊਨਿਸਟ ਸਰਕਾਰ ਆ ਗਈ ਮਾਰਕਸਵਾਦੀ ਸਰਕਾਰ ਆ ਜੋ ਕਿਸੇ ਨੂੰ ਫੰਡਾਮੈਂਟਲ ਰਾਈਟਸ ਦੀ ਗੱਲ ਨਹੀਂ ਕਰਦੀ ਉੱਥੇ ਵੋਟਾਂ ਨਹੀਂ ਪੈਂਦੀਆਂ ਉੱਥੇ ਕੁਝ ਨਹੀਂ ਹੁੰਦਾ ਪਰੰਤੂ ਅੰਗਰੇਜ਼ਾਂ ਨੇ ਆ 100 ਸਾਲ ਇੱਥੇ ਪਵਾ ਕੇ ਰੱਖਿਆ ਵੋਟਾਂ ਕਰਵਾਈਆਂ ਇੱਥੇ ਦੇ ਪਰ ਜਿਹੜਾ ਡੈਮੋਕ੍ਰੈਟਿਕ ਸਿਸਟਮ ਆ ਫੰਡਾਮੈਂਟਲ ਰਾਈਟਸ ਦਿੱਤੇ ਲੋਕਾਂ ਨੂੰ ਤਾਂ ਹੁਣ 100 ਸਾਲ ਬਾਅਦ ਭਾਵੇਂ 1997 ਦੇ ਵਿੱਚ ਇਹ ਅਟੈਚ ਤਾਂ ਚੀਨ ਨਾਲ ਹੋ ਗਿਆ ਪਰੰਤੂ ਹਜੇ ਵੀ ਪ੍ਰਣਾਲੀ ਉੱਥੇ ਕਿਹੜੀ ਚੱਲ ਰਹੀ ਹੈਗੀ ਅੰਗਰੇਜ਼ਾਂ ਵਾਲੀ ਚੱਲੀ ਜਾਂਦੀ ਸਮਝੇ ਗੱਲ ਨੂੰ ਤਾਂ ਹੌਲੀ ਹੌਲੀ ਇਹ ਇੱਥੇ ਤੁਸੀਂ ਦੇਖਿਓ ਜੇ ਤੁਸੀਂ ਹੁਣ ਤੁਹਾਨੂੰ ਗੱਲ ਦੱਸੀ ਆ ਹਰ ਸਾਲ 2 ਸਾਲ ਬਾਅਦ ਇੱਥੇ ਨਾ ਵਿਰੋਧ ਹੁੰਦਾ ਚੀਨ ਦਾ ਵੱਡੇ ਪੱਧਰ ਤੇ ਜਦੋਂ ਕੋਈ ਚੀਨ ਕੋਈ ਹਾਂਗਕਾਂਗ 'ਚ ਜਦੋਂ ਕੋਈ ਚੀਨ ਕੋਈ ਇਹੋ ਜਿਹੀ ਗੱਲ ਕਰਦਾ ਵੀ ਅਸੀਂ ਭਾਈ ਹਾਂਗਕਾਂਗ ਚਾਹ ਕਰ ਦਿਆਂਗੇ ਤਾਂ ਉਹਦੇ ਨਾਲ ਉਹਦੇ ਵਿਰੋਧ ਸਟਾਰਟ ਹੋ ਜਾਂਦਾ ਕਿਉਂਕਿ ਉਹਨੂੰ ਲੱਗਦਾ ਕਿ ਚੀਨ ਸਾਨੂੰ ਆਪਣੇ ਨਾਲ ਕੀ ਕਰੂਗਾ ਮਿਲਾ ਲੂਗਾ ਕਿਉਂਕਿ 1997 'ਚ ਵੀ ਐਡ ਤਾਂ ਹੀ ਹੋਇਆ ਸੀ ਹਾਂਗਕਾਂਗ ਇਹ ਕਹਿ ਕੇ ਵੀ ਨਹੀਂ ਤਾਂ ਅਸੀਂ ਅਲੱਗ ਦੇਸ਼ ਬਣ ਜਾਾਂਗੇ ਪਰ ਤੁਸੀਂ ਸਾਡੇ ਤੇ ਡੈਡਿਸ ਕੀ ਨਹੀਂ ਕਰਨਾ ਜਿਹੜੀਆਂ ਸਾਨੂੰ ਅੰਗਰੇਜ਼ਾਂ ਨੇ 100 ਸਾਲ ਦੇ ਵਿੱਚ ਨੀਤੀਆਂ ਲਾਈਆਂ ਨੇ ਅਸੀਂ ਉਹਨੂੰ ਹੀ ਕੰਟੀਨਿਊ ਕਰਨਾ ਚਾਹੁੰਦੇ ਹਾਂ ਅਸੀਂ ਤੁਹਾਡੇ ਵਾਲੇ ਨੀਤੀਆਂ ਚੀਨ ਵਾਲੀ ਨੀਤੀਆਂ ਆਪਣੀ ਅਪਲਾਈ ਨਹੀਂ ਕਰਨਾ ਚਾਹੁੰਦੇ ਤਾਂ ਉਹ ਕਹਿ ਕੇ ਉਹ ਐਡ ਕਰ ਲਿਆ ਉਹਨੂੰ ਵੀ ਨਹੀਂ ਭਾਈ ਉਹੀ ਰੱਖਾਂਗੇ ਪਰ ਹੁਣ ਚੀਨ ਕੀ ਕਰ ਰਿਹਾ ਹੈਗਾ ਆਪਣੀਆਂ ਨੀਤੀਆਂ ਉਹਦੇ ਕੀ ਕਰ ਰਿਹਾ ਹੈਗਾ ਲਾਗੂ ਕਰ ਰਿਹਾ ਤਾਂ ਕਰਕੇ ਵਿਰੋਧ ਦੇਖਣ ਨੂੰ ਤਾਂ ਹੀ ਹੁਣ ਚਾਈਨਾ ਤਾਂ ਵੋਟਾਂ ਪੈਂਦੀਆਂ ਨਹੀਂ ਪਰੰਤੂ ਰੀਸੈਂਟ ਦੇ ਵਿੱਚ ਹਾਂਗਕਾਂਗ ਤੋਂ ਵੋਟਾਂ ਪੈ ਕੇ ਹਟੀਆਂ ਨੇ 5 ਸਾਲ ਬਾਅਦ ਵੋਟਾਂ ਪਈਆਂ ਨੇ ਤੇ 5 ਸਾਲ ਬਾਅਦ ਹਾਂਗਕਾਂਗ ਦਾ ਜਿਹੜਾ ਨਵਾਂ ਪ੍ਰਧਾਨ ਮੰਤਰੀ ਬਣਿਆ ਗਾ ਉਹ ਕੌਣ ਬਣਿਆ ਗਾ ਜੌਹਨ ਲੀ ਬਣਿਆ ਧਿਆਨ ਰੱਖਣਾ ਹੈਗਾ ਕਿ ਪ੍ਰੀਕਾਸ਼ਨ ਹੋਵੇ ਕਿ ਜੌਹਨ ਲੀ ਕਿਹਦਾ ਪ੍ਰਧਾਨ ਮੰਤਰੀ ਬਣਿਆ ਤਾਂ ਹਾਂਗਕਾਂਗ ਦਾ ਬਣਿਆ ਧਿਆਨ ਰੱਖਣਾ ਹਾਂਗਕਾਂਗ ਹੈ ਤਾਂ ਚਾਈਨਾ ਦਾ ਭਾਗ ਆ ਪਰ ਚਾਈਨਾ ਨੇ ਉਹਨੂੰ ਸਪੈਸ਼ਲ ਸਟੇਟਸ ਦਿੱਤਾ ਹੋਇਆ ਹੈਗਾ ਜਿਹਦੇ ਅਧੀਨ ਅਸੀਂ ਦੇਖਦੇ ਹਾਂ ਕਿਹੜਾ ਹਾਂਗਕਾਂਗ ਉੱਥੇ ਵੋਟਾਂ ਵੀ ਪੈਂਦੀਆਂ ਨੇ ਉੱਥੇ ਲੋਕਾਂ ਕੋਲੇ ਮੌਲਿਕ ਅਧਿਕਾਰ ਵੀ ਹੈਗੇ ਨੇ ਮੋਸਟਲੀ ਅੰਗਰੇਜ਼ਾਂ ਚੀਨ ਤੋਂ ਲੋਕ ਚੀਨੀ ਬੋਲਦੇ ਨੇ ਅੰਗਰੇਜ਼ੀ ਕੋਈ ਨਹੀਂ ਬੋਲਦਾ ਤੇ ਜਦੋਂ ਉਹਨਾਂ ਨੂੰ ਅੰਗਰੇਜ਼ੀ ਬੰਦੇ ਦੀ ਲੋੜ ਹੁੰਦੀ ਉਹ ਤਾਂ ਕਿੱਥੋਂ ਲੈ ਕੇ ਜਾਂਦੇ ਹਾਂਗਕਾਂਗ ਤੋਂ ਲੈ ਕੇ ਜਾਂਦੇ ਕਿਉਂਕਿ 100 ਸਾਲ ਤੋਂ ਉੱਥੇ ਲੋਕ ਅੰਗਰੇਜ਼ੀ ਪੜ੍ਹੀ ਗਈ ਤਾਂ ਇਹਨਾਂ ਦੀ ਇੰਗਲਿਸ਼ ਇਹਨਾਂ ਦੀ ਸਭ ਤੋਂ ਵਧੀਆ ਹੈਗੀ ਆ ਮੋਸਟਲੀ ਜਿਹੜੇ ਚੀਨੀ ਜਾਂਦੇ ਨੇ ਬਾਹਰਲੇ ਪਾਸੇ ਇੰਗਲੈਂਡ 'ਚ ਅਮਰੀਕਾ 'ਚ ਉਹ ਕਿਹੜੇ ਨੇ ਉਹ ਵੀ ਹਾਂਗਕਾਂਗ ਦੇ ਲੋਕ ਸਮਝੇ ਗੱਲ ਨੂੰ ਧਿਆਨ ਰੱਖਣਾ ਇੱਕ ਗੱਲ ਤਾਂ ਹਾਂਗਕਾਂਗ ਦੇ ਲੋਕ ਕਹਿਣ ਦਾ ਮਤਲਬ 100 ਸਾਲ ਤੱਕ ਕਿਹਦੇ ਅਧੀਨ ਰਹੇ ਹੋਏ ਨੇ ਅੰਗਰੇਜ਼ਾਂ ਦੇ ਅਧੀਨ ਰਹੇ ਹੋਏ ਨੇ ਕਬਜ਼ਾ ਨਹੀਂ ਸੀ ਕੀਤਾ ਚੀਨ ਨੇ ਉਹਨੂੰ ਐਜ਼ ਆ ਲੀਜ਼ ਤੇ ਵੀ ਸਾਡੇ ਕੋਲ ਰੁਪਈਆ ਨਹੀਂ ਹੈਗਾ ਦੇਣ ਵਾਸਤੇ ਕਰਜ਼ਾ ਤਾਂ ਤੁਹਾਨੂੰ ਕਰਜ਼ੇ ਬਦਲੇ ਕੀ ਦੇ ਰਹੇ ਰੁਪਈਏ ਦੇ ਰਹੇ ਅਗਲੇ ਸਾਥੀਓ ਅੱਗੇ ਚੱਲਦੇ ਹਾਂ ਸਾਥੀਓ ਇੱਕ ਹੋਰ ਨਿਊਜ਼ 'ਚ ਰਿਹਾ ਸੀਗਾ ਕਾਫੀ ਹੁਣ ਵੀ ਨਿਊਜ਼ ਚੱਲ ਰਿਹਾ ਹੈਗਾ ਚਾਈਨਾ ਨੇ ਨਾ ਕੀ ਕੀਤਾ ਇੱਕ ਆਈਲੈਂਡ ਆ ਸੋਲੋਮਨ ਆਈਲੈਂਡ ਬਹੁਤ ਇੰਪੋਰਟੈਂਟ ਹੈ ਸਾਥੀਓ ਪੇਪਰ 'ਚ ਕੁਐਸਚਨ ਆਊਗਾ ਸੋਲੋਮਨ ਆਈਲੈਂਡ ਨਿਊਜ਼ ਦੇ ਵਿੱਚ ਆ ਇਹ ਨਾ ਸੋਲੋਮਨ ਆਈਲੈਂਡ ਬਿਲਕੁਲ ਆਸਟ੍ਰੇਲੀਆ ਦੇ ਨਾਲ ਲੱਗਦਾ ਆਸਟ੍ਰੇਲੀਆ ਦੇ ਆਸਟ੍ਰੇਲੀਆ ਵੱਡਾ ਦੇਸ਼ ਆ ਇੱਥੇ ਦੀਪ ਨੇ ਛੋਟੇ ਛੋਟੇ ਉਹ ਕਹਿੰਦੇ ਸੋਲੋਮਨ ਆਈਲੈਂਡ ਇਹਨਾਂ ਨੇ ਸੰਧੀ ਕਰ ਲਈ ਕਿਹਦੇ ਨਾਲ ਚੀਨ ਨਾਲ ਸੰਧੀ ਕੀ ਜਿਹੜੀ ਸੰਧੀ ਨਾਟੋ ਵਾਲੀ ਸੀਗੀ ਉਹੀ ਸੰਧੀ ਇਹਨਾਂ ਨੇ ਚੀਨ ਨਾਲ ਕੀਤੀ ਹੈ ਵੀ ਜੇ ਕੱਲ੍ਹ ਨੂੰ ਕੋਈ ਦੇਸ਼ ਸੋਲੋਮਨ ਆਈਲੈਂਡ 'ਤੇ ਹਮਲਾ ਕਰਦਾ ਤਾਂ ਉਹ ਹਮਲਾ ਸੋਲੋਮਨ ਆਈਲੈਂਡ 'ਤੇ ਨਹੀਂ ਹੋਊਗਾ ਕਿਹਦੇ ਹੋਊਗਾ ਚੀਨ 'ਤੇ ਹਮਲਾ ਹੋਊਗਾ ਚੀਨ ਫੌਜੀ ਭੇਜੂਗਾ ਮਿਲਟਰੀ ਭੇਜੂਗਾ ਤੇ ਸੋਲੋਮਨ ਆਈਲੈਂਡ ਨੂੰ ਕਰੂਗਾ ਬਚਾਊਗਾ ਸਮਝੇ ਗੱਲ ਨੂੰ ਤਾਂ ਚੀਨ ਨੇ ਸਮਝੌਤਾ ਕੀਤਾ ਕਿਹਦੇ ਨਾਲ ਸੋਲੋਮਨ ਆਈਲੈਂਡ ਇੱਕ ਨਿੱਕਾ ਜਿਹਾ ਦੇਸ਼ ਆ ਹੁਣ ਪ੍ਰੋਬਲਮ ਕਿਹਨੂੰ ਆਊਗੀ ਆਸਟ੍ਰੇਲੀਆ ਨੂੰ ਸਮਝੇ ਗੱਲ ਨੂੰ ਵੱਡਾ ਦੇਸ਼ ਕਹਿ ਰਿਹਾ ਵੀ ਸਾਡੇ ਕੋਲੇ ਯਾਰ ਜਮਾ ਨਾਲ ਦੇ ਦੇਸ਼ ਤੇ ਆ ਕੀ ਹੋ ਗਿਆ ਸਮਝੌਤਾ ਹੋ ਗਿਆ ਆਪਾਂ ਪੜ੍ਹਿਆ ਸੀ ਰਸ਼ੀਆ ਯੂਕਰੇਨ ਵਾਲਾ ਯੁੱਧ ਆ ਨਾ ਉਹਦਾ ਵੀ ਕਾਰਨ ਆਹੀ ਸੀਗਾ ਕਿ ਯੂਕਰੇਨ ਕਹਿ ਰਿਹਾ ਕਿ ਭਾਈ ਅਸੀਂ ਨਾਟੋ ਅਮਰੀਕਾ ਨਾਲ ਮਿਲ ਜਾਾਂਗੇ ਅਮਰੀਕਾ ਨੇ ਸਮਝੌਤਾ ਕੀਤਾ ਵੀ ਨਹੀਂ ਸੀਗਾ ਤਾਂ ਵੀ ਕਹਿੰਦਾ ਮੈਂ ਲੜਾਈ ਹੋ ਗਈ ਇੱਥੇ ਤਾਂ ਸਮਝੌਤਾ ਕਰ ਲਿਆ ਤਾਂ ਹੁਣ ਲੱਗ ਰਿਹਾ ਤਾਂ ਹੀ ਉਹ ਕਾਫੀ ਕੁਝ ਉਧਰ ਬੁਧਰ ਹੋ ਰਹੀ ਹੈ ਆਪਣੇ ਆਸਟ੍ਰੇਲੀਆ ਦੇ ਨਾਲ ਲੱਗਦੇ ਇਲਾਕਿਆਂ 'ਚ ਆਸਟ੍ਰੇਲੀਆ ਨਿਊਜ਼ੀਲੈਂਡ ਜਾਪਾਨ ਵਰਗੇ ਜਿਹੜੇ ਦੇਸ਼ ਨੂੰ ਨਵਾਂ ਨਾਲ ਲੱਗਦੇ ਨੇ ਤਾਂ ਉੱਥੇ ਚੀਨ ਨੇ ਸਮਝੌਤਾ ਕਰ ਲਿਆ ਇਹਦੇ ਨਾਲ ਸੋਲੋਮਨ ਆਈਲੈਂਡ ਨਾਲ ਆਪਣੇ ਪੇਪਰ ਵਾਸਤੇ ਕੁਐਸਚਨ ਆਊਗਾ ਕਿ ਰੀਸੈਂਟ ਵਿੱਚ ਚਾਈਨਾ ਨੇ ਕਿਹੜੇ ਦੇਸ਼ ਨਾਲ ਮਿਲਟਰੀ ਪੈਕਟ ਸਾਈਨ ਕੀਤਾ ਗਿਆ ਤਾਂ ਚੀਨ ਨੇ ਕੀਤਾ ਗਿਆ ਸੋਲੋਮਨ ਆਈਲੈਂਡ ਦੇਖੋ ਕਾਪੀ ਦੇ ਚੀਨ ਨੇ ਸੋਲੋਮਨ ਆਈਲੈਂਡ ਚੀਨ ਨੇ ਸੋਲੋਮਨ ਆਈਲੈਂਡ ਸੋਲੋਮਨ द्वीप ਚੀਨ ਨੇ ਸੋਲੋਮਨ द्वीप ਨਾਲ ਮਿਲਟਰੀ ਸਮਝੌਤਾ ਕਰ ਲਿਆ ਬਹੁਤ ਵੱਡੀ ਗੱਲ ਹੈ ਮਿਲਟਰੀ ਸਮਝੌਤਾ ਹੋਣਾ ਬਹੁਤ ਵੱਡੀ ਗੱਲ ਹੈ ਕਿ ਤੁਹਾਡੇ ਤੇ ਜੇ ਹਮਲਾ ਹੋਇਆ ਤਾਂ ਅਸੀਂ ਤੁਹਾਨੂੰ ਬਚਾਉਣ ਆਵਾਂਗੇ ਤਾਂ ਇਹ ਜਿਹਾ ਸਮਝੌਤਾ ਆਪਣਾ ਵੀ ਹੋਇਆ ਹੈ ਸਾਥੀਓ ਤੁਹਾਨੂੰ ਪਤਾ ਭਾਰਤ ਸਮਝੌਤਾ ਕਿਹਦੇ ਨਾਲ ਹੋਇਆ ਹੋਇਆ ਇਹ ਜਿਹਾ ਸਾਥੀਓ ਭਾਰਤ ਸਮਝੌਤਾ ਹੋਇਆ ਹੋਇਆ ਕਿਹਦੇ ਨਾਲ ਭੂਟਾਨ ਨਾਲ ਭਾਰਤ ਦਾ ਹੀ ਸਮਝੌਤਾ ਭੂਟਾਨ ਦੀ ਆਪਣੀ ਕੋਈ ਫੌਜ ਨਹੀਂ ਹੈਗੀ ਸਮਝੇ ਗੱਲ ਨੂੰ ਤਾਂ ਭਾਰਤ ਦਾ ਸਮਝੌਤਾ ਕਿ ਭਾਈ ਜੇ ਕੱਲ੍ਹ ਨੂੰ ਹਮਲਾ ਹੋਊਗਾ ਤਾਂ ਭਾਰਤ ਵਾਲੇ ਤੁਹਾਨੂੰ ਕੀ ਬਚਾਉਣ ਵਾਸਤੇ ਆਉਣਗੇ ਅੱਜ 2-3 ਸਾਲ ਪਹਿਲਾਂ ਨਾ ਚੀਨ ਨੇ ਇੱਕ ਇਲਾਕਾ ਸੀਗਾ ਭੂਟਾਨ ਦਾ
ਚਾਈਨਾ ਨੇ ਭੂਟਾਨ ਦੇ ਇਲਾਕੇ ਤੇ ਡੈਟ ਇਜ਼ ਕੀ ਕਰਤਾ ਸੀਗਾ, ਕਹਿਣਾ ਮਤਲਬ ਕਬਜ਼ਾ ਕਰ ਲਿਆ ਸੀਗਾ, ਰੋਡ ਬਣਾਉਣ ਲੱਗੇ ਸੀਗੇ, ਯਾਨੀ ਕਿ ਚੀਨ ਵੀ ਲੱਗਦਾ ਨਾ ਇੱਧਰੋਂ ਭੂਟਾਨ ਨਾਲ, ਤਾਂ ਚੀਨ ਤੇ ਭੂਟਾਨ ਇੱਥੇ ਮੰਨ ਲਾ ਇਲਾਕਾ ਤਾਂ ਭੂਟਾਨ ਦਾ ਸੀ, ਪਰ ਇੱਥੇ ਕੀ ਰੋਡ ਬਣਾਉਣ ਲੱਗ ਗਏ। ਤਾਂ ਭਾਰਤ ਵਾਲੇ ਡੈਟ ਇਜ਼ ਕੀ ਕੀਤਾ, ਭਾਰਤ ਦੇ ਫੌਜੀਆਂ ਨੇ ਭੂਟਾਨ ਟੱਪ ਕੇ ਡੈਟ ਇਜ਼ ਕਿੱਥੇ ਪਹੁੰਚੇ, ਇੱਥੇ ਪਹੁੰਚੇ, ਤੇ ਚਾਈਨਾ ਦੇ ਫੌਜਾਂ ਨੂੰ ਕੀ ਕੀਤਾ ਸੀਗਾ, ਰੋਕਿਆ ਸੀਗਾ। ਉਦੋਂ ਤੋਂ ਹੀ ਸਾਡੇ ਸੰਬੰਧ ਕੀ ਹੋ ਗਏ ਸੀ ਮਾੜੇ ਦੇ ਵਿੱਚ। ਜਿਹੜੀ ਗੱਲ ਆ 2014-15 ਤੋਂ ਚੱਲਦੀ ਆਈ ਸੀਗੀ, 14-15 ਦੇ ਵਿੱਚ ਜਦੋਂ ਨਵੀਂ ਸਰਕਾਰ ਬਣੀ ਸੀ ਨਾ, ਉਦੋਂ ਦੀ ਗੱਲ ਸੀਗੀ। ਤਾਂ ਉਦੋਂ ਤੋਂ ਸਾਡੇ ਸੰਬੰਧ ਚੀਨ ਨਾਲ ਵਿਗੜਦੇ ਜਾ ਰਹੇ ਨੇ। ਉਹਦਾ ਦੋ ਤਿੰਨ ਕਾਰਨ ਦਾ, ਇੱਕ ਤਾਂ ਇਹ ਹੋ ਗਿਆ, ਇਹ ਕਹਿੰਦੇ ਵੀ ਤੁਸੀਂ ਟੱਪ ਕੇ ਕਿਉਂ ਆਏ, ਤੁਸੀਂ ਤੀਜਾ ਦੇਸ਼ ਹੋ, ਤੁਸੀਂ ਭੂਟਾਨ ਟੱਪ ਕੇ ਕੀ ਕਰ ਰਹੇ ਹੋ, ਇਹ 'ਚ ਦਖਲਅੰਦਾਜ਼ੀ ਕਰ। ਪਰ ਭਾਰਤ ਨੇ ਕਿਹਾ ਵੀ ਸਾਡਾ ਸਮਝੌਤਾ ਹੋਇਆ ਵੀ ਭਾਈ ਜੇਕਰ ਕੱਲ੍ਹ ਨੂੰ ਭੂਟਾਨ ਦੀ ਕੋਈ ਮਿਲਟਰੀ ਟੈਰੀਟਰੀ 'ਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਬਚਾਉਣ ਵਾਸਤੇ ਕੌਣ ਜਾਊਗਾ, ਭਾਰਤ ਜਾਊਗਾ, ਅਸੀਂ ਤਾਂ ਆ ਰਹੇ ਹਾਂ। ਹਾਂ ਕਾਫੀ 2 ਸਾਲ ਚੱਲਦਾ ਰਿਹਾ, ਰੌਲਾ ਚੱਲਦਾ ਰਿਹਾ, ਭਾਰਤ ਵਾਲੇ ਕਹਿੰਦੇ ਸੀ ਪਹਿਲਾਂ ਪਿੱਛੇ ਜਾਓ, ਉਹ ਕਹਿੰਦੇ ਸੀ ਤੁਸੀਂ ਪਹਿਲਾਂ ਪਿੱਛੇ ਜਾਓ, ਐਂ ਚੱਲਦਾ ਰਿਹਾ। ਪਰ 2 ਸਾਲਾਂ ਬਾਅਦ ਇਕੱਠਿਆਂ ਉਨੇ ਜਿਵੇਂ ਟਾਈਮ 'ਤੇ ਭਾਰਤੀ ਫੌਜੀ ਪਿੱਛੇ, ਉਨੇ ਸਮੇਂ 'ਚ ਚੀਨੀ ਫੌਜੀ ਬਸ ਨਾਲ ਕੀ ਹੋਏ, ਪਿੱਛੇ ਗਏ। ਤਾਂ ਸਮਝੌਤਾ ਕੀ ਸੁਲਝਿਆ ਸੀ। ਇਹ ਤੋਂ ਬਾਅਦ ਹੀ ਫਿਰ ਆਪਣਾ ਜਿਹੜਾ ਜੰਮੂ ਕਸ਼ਮੀਰ ਵਾਲਾ ਰੌਲਾ ਗਾ ਇਹ ਚੱਲ ਪਿਆ ਸੀਗਾ, ਜਿਹਦੇ ਵਿੱਚ ਉਹ ਭਾਰਤ ਦੀ ਬਾਉਂਡਰੀ 'ਚ ਕੀ ਹੈ ਐਂਟਰ ਕਰ ਗਏ ਸੀਗੇ, ਅਤੇ ਭਾਰਤ ਦੇ ਫੌਜੀਆਂ ਨੇ ਫਿਰ ਕੀ ਆ ਲੜਾਈ ਹੋ ਗਈ ਸੀ, ਜਿਹਦੇ ਵਿੱਚ ਆਪਣੇ 20 ਫੌਜੀਆਂ ਦੀ ਕੀ ਹੋ ਗਈ ਸੀ, ਸ਼ਹੀਦੀ ਹੋ ਗਈ ਸੀ। ਤਾਂ ਕਰਕੇ ਚਾਈਨਾ ਦੇ ਨਾਲ ਸਾਡੇ ਜਿਹੜੇ ਸੰਬੰਧ ਨੇ ਉਹ ਕਿਵੇਂ ਕੋਈ ਬਾਲੇ ਵਧੀਆ ਨਹੀਂ ਹੈਗੇ, ਪਹਿਲਾਂ ਵਧੀਆ ਹੁੰਦੇ ਸੀ, ਹੁਣ ਸੰਬੰਧ ਕੀ ਚੱਲ ਰਹੇ ਨੇ, ਮਾੜੇ ਚੱਲ ਰਹੇ। ਪੇਪਰ ਦੇ ਵਿੱਚ ਇਹੋ ਜਿਹੇ ਕੁਐਸਚਨ ਪੱਕਾ ਪੁੱਛੇ ਜਾਂਦੇ ਨੇ, ਧਿਆਨ ਰੱਖਣਾ। ਮੈਂ ਜਿਹੜੀ ਗੱਲ ਤੁਹਾਨੂੰ ਦੱਸ ਰਿਹਾ ਸੀ ਕੀ ਗੱਲ ਕਿ ਤਾਂ ਕਰਕੇ ਪ੍ਰੋਬਲਮ ਨੇ ਸੋਲੋਮਨ ਆਈਲੈਂਡ ਕਰਕੇ ਚਾਈਨਾ ਦੀਆਂ। ਅੱਗੇ ਚੱਲਦੇ ਹਾਂ, ਜਿਹੜੀ ਤੁਸੀਂ ਗੱਲ ਯਾਦ ਰੱਖਣੀ ਆ, ਰੀਸੈਂਟ ਚਾਈਨਾ ਬਾਰੇ ਜੇ ਹੋਰ ਕੁਐਸਚਨ ਆਇਆ ਤਾਂ ਇਹ ਬਣਦਾ ਕਿ 2022 ਦੇ ਵਿੱਚ ਨਾ ਵਿੰਟਰ ਓਲੰਪਿਕਸ ਹੋ ਕੇ ਹਟੀਆਂ। ਕੀ ਹੋ ਕੇ ਹਟੀਆਂ ਨੇ? ਵਿੰਟਰ ਓਲੰਪਿਕਸ, ਸਰਦੀਆਂ ਦੀਆਂ ਓਲੰਪਿਕਸ ਹੋ ਕੇ ਹਟੀਆਂ ਨੇ, ਹੋ ਗਈਆਂ ਕਹਿਣ ਦਾ ਮਤਲਬ ਕੁਐਸਚਨ ਆਊਗਾ ਵੀ ਕਿੱਥੇ ਹੋਈਆਂ ਨੇ ਵਿੰਟਰ ਓਲੰਪਿਕਸ। ਇੱਕ ਤਾਂ ਹੁਣ ਚੱਲੀ ਜਾਂਦੀਆਂ ਨੇ ਨਾ, ਕਿਹੜੇ ਚੱਲ ਰਹੀਆਂ ਨੇ, ਡੈਫ ਓਲੰਪਿਕਸ ਚੱਲ ਰਹੀਆਂ ਨੇ। ਡੈਫ ਓਲੰਪਿਕਸ ਕਿਹੜੇ ਦੇਸ਼ 'ਚ ਹੋ ਰਹੀਆਂ ਨੇ? ਬ੍ਰਾਜ਼ੀਲ 'ਚ। ਡੈਫ ਓਲੰਪਿਕਸ ਕਿੱਥੇ ਹੋ ਰਹੀਆਂ ਨੇ? ਬ੍ਰਾਜ਼ੀਲ 'ਚ। ਜੇ ਕੁਐਸਚਨ ਹੈ ਕਿ ਵਿੰਟਰ ਓਲੰਪਿਕਸ 2022 ਕਿੱਥੇ ਹੋਈਆਂ, ਸਾਥੀਓ ਚਾਈਨਾ ਦੇ ਸ਼ਹਿਰ ਆ ਬੀਜ਼ਿੰਗ, ਚਾਈਨਾ ਦਾ ਸ਼ਹਿਰ ਆ ਬੀਜ਼ਿੰਗ, ਇਹਦੇ ਵਿੱਚ ਸਾਥੀਓ ਕੀ ਹੋ ਕੇ ਹਟੀਆਂ ਨੇ? ਵਿੰਟਰ ਓਲੰਪਿਕਸ ਹੋ ਕੇ ਹਟੀਆਂ ਨੇ। ਪੇਪਰ 'ਚ ਕੁਐਸਚਨ ਆ ਵੀ ਗਿਆ 2 ਦਿਨ ਪੇਪਰਾਂ ਦੇ ਵਿੱਚ, ਅਗਲੇ ਪੇਪਰਾਂ 'ਚ ਵੀ ਆਊਗਾ। ਇਹ ਹੋ ਗਈਆਂ, ਤਾਂ ਕਰਕੇ ਸਾਥੀਓ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਭ ਤੋਂ ਜ਼ਿਆਦਾ ਮੈਡਲ ਕਿਹਨੇ ਜਿੱਤੇ ਨੇ। ਪਹਿਲੀ ਗੱਲ ਤਾਂ ਪਤਾ ਕਰਨਾ ਕਿ ਇੰਡੀਆ ਨੇ ਇਹ 'ਚ ਪਾਰਟੀਸਪੇਟ ਕੀਤਾ ਹੋਊਗਾ, ਨਹੀਂ ਕੀਤਾ ਹੋਊਗਾ। ਵਿੰਟਰ ਓਲੰਪਿਕਸ ਕਿਹੜੀਆਂ ਹੁੰਦੀਆਂ ਨੇ? ਉਹ ਗੇਮਾਂ ਜਿਹਦੇ ਵਿੱਚ ਠੰਡ ਵਾਲੀਆਂ ਗੇਮਾਂ ਹੁੰਦੀਆਂ ਸਾਥੀਓ, ਸਕੇਟਿੰਗ ਹੋ ਗਈ, ਆਈਸ ਹਾਕੀ ਹੋ ਗਈ, ਹੈ ਨਾ। ਤਾਂ ਜਿਹੜੀ ਠੰਡ ਬਰਫ਼ ਵਾਲੀਆਂ ਗੇਮਾਂ ਨੇ ਉਹ ਖਿਡਾਈਆਂ ਜਾਂਦੀਆਂ ਨੇ, ਧਿਆਨ ਰੱਖਣਾ ਇਹ ਗੱਲ। ਕੀ ਭਾਰਤ ਦੇ ਵਿੱਚ ਕੋਈ ਬੰਦਾ ਹੈਗਾ ਜਿਹਨੇ ਪਾਰਟੀਸਪੇਟ ਕੀਤਾ, ਜਾਂ ਭਾਰਤ ਨੇ ਪਾਰਟੀਸਪੇਟ ਕੀਤਾ ਇਹ 'ਚ ਵਿੰਟਰ ਓਲੰਪਿਕਸ ਦੇ ਵਿੱਚ? ਭਾਰਤ 'ਚ ਇਹ ਗੇਮਾਂ ਖੇਡੀਆਂ ਜਾਂਦੀਆਂ ਨੇ, ਠੰਡ ਵਾਲੀਆਂ ਗੇਮਾਂ ਭਾਰਤ 'ਚ ਖੇਡੀਆਂ ਜਾਂਦੀਆਂ ਨੇ। ਪਹਿਲਾਂ ਬੋਲੋ ਯਾਰ ਕੁਛ ਤਾਂ, ਠੰਡ ਵਾਲੀਆਂ ਗੇਮਾਂ ਭਾਰਤ 'ਚ ਖੇਡੀਆਂ ਜਾਂਦੀਆਂ ਨੇ, ਖੇਡੀਆਂ ਜਾਂਦੀਆਂ ਨੇ ਮਤਲਬ ਜੰਮੂ ਕਸ਼ਮੀਰ ਦੇ ਇਲਾਕੇ 'ਚ, ਲੇਹ ਲਦਾਖ ਦੇ ਇਲਾਕੇ 'ਚ ਖੇਡੀਆਂ ਜਾਂਦੀਆਂ ਮੋਸਟਲੀ। ਤਾਂ ਆਪਣਾ ਇੱਕੋ ਹੀ ਪਲੇਅਰ ਗਿਆ, ਬਹੁਤ ਇੰਪੋਰਟੈਂਟ ਕੁਐਸਚਨ ਆ, ਪੇਪਰ 'ਚ ਬਣਦਾ ਹੀ ਬਣਦਾ, ਪੁੱਛਿਆ ਵੀ ਜਾ ਚੁੱਕਿਆ। ਭਾਰਤ ਦਾ ਇੱਕੋ ਹੀ ਪਲੇਅਰ ਸੀ ਜਿਹੜਾ ਕਿ ਆ ਵਿੰਟਰ ਓਲੰਪਿਕਸ ਦੇ ਵਿੱਚ ਪਾਰਟੀਸਪੇਟ ਕਰਨ ਗਿਆ ਸੀਗਾ। ਇਹਦਾ ਨਾਮ ਹੈਗਾ ਆਰਿਫ ਖਾਨ, ਧਿਆਨ ਰੱਖਣਾ ਇਹ ਗੱਲ। ਇਹਦਾ ਨਾਮ ਕੀ ਹੈ? ਆਰਿਫ ਖਾਨ। ਸਕੇਟਿੰਗ ਦੇ ਵਿੱਚ ਗਿਆ ਸੀਗਾ ਬੰਦਾ, ਮੈਡਲ ਨਹੀਂ ਕੋਈ ਮਿਲੇ, ਪਰ ਪਾਰਟੀਸਪੇਟ ਕੀਤਾ ਇਹ ਬੰਦੇ ਨੇ, ਇੱਕੋ ਹੀ ਬੰਦੇ ਨੇ ਪਾਰਟੀਸਪੇਟ ਕੀਤਾ ਸੀ ਭਾਰਤ ਕੰਨੀਓ, ਜਿਹਦਾ ਨਾਮ ਸੀਗਾ ਆਰਿਫ ਖਾਨ। ਧਿਆਨ ਰੱਖਣਾ ਸਕੇਟਿੰਗ ਦੇ ਵਿੱਚ ਇਹ ਗੇਮਾਂ ਪੂਰੀਆਂ ਹੋ ਗਈਆਂ। ਇਹ ਗੇਮਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਮੈਡਲ ਜਿਹੜੇ ਜਿੱਤੇ ਨੇ ਉਹ ਜਿੱਤੇ ਨੇ ਨਾਰਵੇ ਨੇ, ਧਿਆਨ ਰੱਖਣਾ। ਸਭ ਤੋਂ ਜ਼ਿਆਦਾ ਮੈਡਲ ਜਿੱਤੇ ਨੇ ਨਾਰਵੇ ਨੇ, 16 ਮੈਡਲ, 16 골ਡ ਮੈਡਲ ਨੇ, ਧਿਆਨ ਰੱਖਣਾ ਨਾਰਵੇ ਦੇ। ਦੂਜੇ ਨੰਬਰ ਤੇ ਜਰਮਨੀ ਦੇਸ਼ ਰਿਹਾ ਜਿਹਨੇ 12 ਮੈਡਲ ਜਿੱਤੇ। ਨਾਰਵੇ ਨੇ 16, ਜਰਮਨੀ ਨੇ 12। ਤੀਜੇ ਨੰਬਰ ਤੇ ਸਾਥੀਓ ਚੀਨ ਰਿਹਾ, ਚਾਈਨਾ, ਜਿਹਨੇ 9 ਮੈਡਲ ਜਿੱਤੇ। ਤਿੰਨੇ ਗੱਲਾਂ ਯਾਦ ਰੱਖਣੀਆਂ ਨੇ, 5 ਗੱਲਾਂ ਹੋ ਗਈਆਂ। ਬੀਜ਼ਿੰਗ ਓਲੰਪਿਕਸ ਕਿੱਥੇ ਹੋਏ ਨੇ? ਚਾਈਨਾ। ਵਿੰਟਰ ਓਲੰਪਿਕਸ ਕਿੱਥੇ ਹੋਏ ਨੇ? ਬੀਜ਼ਿੰਗ, ਚਾਈਨਾ। ਭਾਰਤ ਦੇ ਇੱਕੋ ਪਲੇਅਰ ਨੇ ਪਾਰਟੀਸਪੇਟ ਕੀਤਾ, ਆਰਿਫ ਖਾਨ ਨੇ। ਸਭ ਤੋਂ ਜ਼ਿਆਦਾ ਮੈਡਲ ਜਿੱਤਣ ਵਾਲਾ ਦੇਸ਼ ਕੌਣ ਹੈਗਾ? ਨਾਰਵੇ, 16 ਮੈਡਲ ਨੇ। ਦੂਜੇ ਨੰਬਰ ਤੇ ਜਰਮਨੀ 12 ਮੈਡਲ ਨੇ। ਤੀਜੇ ਨੰਬਰ ਤੇ ਚੀਨ 9 ਮੈਡਲ ਸਾਥੀਓ ਉਹਨੇ ਜਿੱਤੇ। ਨਾ ਇਹ 8ਵੇਂ 9ਵੇਂ ਨੰਬਰ ਤੇ ਰਿਹਾ ਸੀਗਾ ਸਕੇਟਿੰਗ, ਜਿੱਤਿਆ ਨਹੀਂ ਪਰ ਇਹਨੇ ਪਾਰਟੀਸਪੇਟ ਕੀਤਾ। ਇਹ ਵੱਡੀ ਗੱਲ ਹੈ, ਭਾਰਤ ਕੰਨੀ ਵੀ ਪਾਰਟੀਸਪੇਟ ਕਰਦੇ ਨੇ, ਕਿਉਂਕਿ ਬਹੁਤ ਜ਼ਿਆਦਾ ਗੇਮਾਂ ਹੈ ਨਹੀਂ ਨਾ ਆਪਣੇ ਖੇਡਣ ਵਾਲੀਆਂ, ਜਿਹੜੇ ਉਹ ਬਸ 1-2 ਸਟੇਟ ਨੇ ਜਿੱਥੇ ਬਰਫ਼ ਪੈਂਦੀ ਆ। ਜੰਮੂ ਕਸ਼ਮੀਰ ਦੇ ਵਿੱਚ ਜ਼ਿਆਦਾ ਬਰਫ਼ ਪੈਂਦੀ ਹੈ, ਲੇਹ ਲਦਾਖ 'ਚ ਪੈਂਦੀ ਹੈ, ਜਾਂ ਹਿਮਾਚਲ ਦੇ ਵੀ ਉੱਪਰ ਇਲਾਕਿਆਂ 'ਚ। ਬਸ 3 ਸਟੇਟ ਨਹੀਂ ਜਿੱਥੇ ਜ਼ਿਆਦਾ ਬਰਫ਼ ਪੈਂਦੀ ਹੈ, ਉੱਥੋਂ ਹੀ ਪਲੇਅਰ ਨਿਕਲਣਗੇ ਨਾ ਜਿੱਥੇ ਉਹ ਗੇਮਾਂ ਖੇਡੀਆਂ ਜਾਣਗੀਆਂ, ਹੋਰ ਪਾਸੇ ਖੇਡੀਆਂ ਨਹੀਂ ਜਾਂਦੀਆਂ ਆਪਣੇ। ਤਾਂ ਕਰਕੇ ਪਲੇਅਰ ਕੀ ਕਰਦੇ ਨੇ। ਅੱਗੇ ਵਧੋ, ਅੱਗੇ ਕੀ ਹੈ ਸਾਥੀਓ?
ਅਗਲੀ ਨਿਊਜ਼ ਰੀਸੈਂਟ ਦੇ ਵਿੱਚ ਨਾ ਤੁਸੀਂ ਕੱਲ੍ਹ ਪਰਸੋਂ ਪੜ੍ਹਿਆ ਹੋਊਗਾ ਕਿ ਆਪਣੇ ਨਾ ਇੱਕ ਬਹੁਤ ਵੱਡਾ ਚੱਕਰਵਾਤ ਆਇਆ, ਚੱਕਰਵਾਤ ਸਾਈਕਲੋਨ ਨੂੰ ਕਹਿੰਦੇ ਨੇ। ਚੱਕਰਵਾਤ ਆਇਆ, ਬਹੁਤ ਭਾਰੀ ਮੀਂਹ ਪਾ ਕੇ ਗਿਆ ਹੈ ਨਾ, ਸੁਣਿਆ ਕਿਸੇ ਨੇ ਨਾਮ ਦਾ, ਪੜ੍ਹਿਆ ਉਹ ਖਬਰਾਂ ਦੇ ਵਿੱਚ ਕਰ, ਬਹੁਤ ਤਕੜਾ ਚੱਕਰਵਾਤ ਆਇਆ, 2 ਦਿਨ ਪੂਰਾ ਫੁੱਲ ਮੀਂਹ ਪਿਆ। ਫੋਟੋਆਂ ਵੀ ਲੱਗੀਆਂ ਨੇ ਅਖਬਾਰ ਦੇ ਵਿੱਚ ਕਰ, ਅਖਬਾਰ ਦੇ ਪਹਿਲੇ ਪੰਨੇ 'ਤੇ ਫੋਟੋਆਂ ਲੱਗੀਆਂ ਨੇ। ਹਾਂ ਦੇਖਿਆ ਜੀ ਨਾ, ਕੀ ਆ ਕੋਈ ਨਾਮ ਧਿਆਨ 'ਚ ਆਉਂਦਾ ਹੋਵੇ, ਗੁੱਡ, ਧਿਆਨ ਟੱਚ ਰਿਹਾ ਕਰੋ ਸਾਥੀਓ। ਉਹਦਾ ਨਾਮ ਰੱਖਿਆ ਗਿਆ ਆਸਾਨੀ, ਆਸਾਨੀ ਚੱਕਰਵਾਤ ਦਾ ਨਾਂ ਧਿਆਨ ਰੱਖਣਾ। ਕੁਐਸਚਨ ਆਊਗਾ ਕਿ ਰੀਸੈਂਟ ਦੇ ਵਿਚਕਾਰ ਜਿਹੜਾ ਚੱਕਰਵਾਤ ਆਇਆ ਸੀ ਆਸਾਨੀ, ਉਹ ਕਿਹੜੇ ਇਲਾਕੇ ਦੇ ਵਿਚਕਾਰ ਆਇਆ ਸੀਗਾ। ਸਾਥੀਓ ਅਸੀਂ ਦੇਖਦੇ ਹਾਂ ਕਿਹੜਾ ਇਹ ਚੱਕਰਵਾਤ ਆਸਾਨੀ ਆ, ਇਹ ਪੱਛਮੀ ਬੰਗਾਲ ਦੇ ਵਿੱਚ ਕਾਫੀ ਤਬਾਹੀ ਕਰਕੇ ਗਿਆ। ਪਰ ਖੁਸ਼ੀ ਦੀ ਗੱਲ ਇਹ ਆ ਕਿ ਜਿਹੜੇ ਅੱਜ ਦੀ ਰਿਪੋਰਟ ਆ ਉਹਦੇ ਅਨੁਸਾਰ ਵੀ ਹੁਣ ਇਹ ਕੀ ਆ, ਘਟ ਰਿਹਾ। ਚੱਕਰਵਾਤ ਹੁੰਦਾ ਕੀ ਅਸਲ ਵਿੱਚ ਕੁਝ ਨਹੀਂ, ਪਾਣੀ ਦੇ ਵਿੱਚ ਨਾ ਹਵਾ ਘੁੰਮਦੀ ਆ, ਪਾਣੀ ਜਦੋਂ ਹਵਾ ਘੁੰਮਦੀ ਆ ਤਾਂ ਉਹ ਹਵਾ ਥੱਲੋਂ ਪਾਣੀ ਚੱਕ ਲੈਂਦੀ ਹੈ, ਸਮਝੇ ਗੱਲ ਨੂੰ। ਸਮੁੰਦਰਾਂ ਦੇ ਉੱਪਰ ਜਦੋਂ ਹਵਾਵਾਂ ਨਾ ਇਹ ਘੁੰਮਣ ਲੱਗ ਜਾਂਦੀਆਂ ਨੇ ਧਰਤੀ ਦੇ ਗੁਰਤਾਕਰਸ਼ਣ ਕਰਕੇ, ਘੁੰਮਣ ਲੱਗ ਗਈਆਂ, ਉਹ ਹਵਾ ਹੁਣ ਜਿਹੜੀਆਂ ਘੁੰਮਣ ਲੱਗ ਗਈਆਂ ਨਾਲ ਕੀ ਚੱਕ ਲਿਆ, ਪਾਣੀ ਚੱਕ ਲਿਆ। ਪਾਣੀ ਚੱਕ ਕੇ ਉਹ ਕਿੱਧਰ ਨੂੰ ਮੂਵ ਕਰਦੇ, ਧਰਤੀ ਵੱਲ ਮੂਵ ਕਰਦੇ। ਧਰਤੀ ਵੱਲ ਭਾਵ ਜਿੱਥੇ ਆਪਾਂ ਰਹਿ ਰਹੇ ਹਾਂ, ਤਾਂ ਜਿੰਨਾ ਹੁਣ ਧਰਤੀ ਉਹਨੂੰ ਕੀ ਕਰੂਗੀ, ਰੋਕੂਗੀ ਨਾ, ਕਿਹਨੂੰ, ਹਵਾਵਾਂ ਨੂੰ। ਤਾਂ ਜਿਹੜਾ ਪਾਣੀ ਚੱਕਿਆ ਹੁੰਦਾ ਉਹ ਪਾਣੀ ਇੱਕਦਮ ਹੀ ਕੀ ਕਰ ਦਿੰਦੀਆਂ ਨੇ, ਡੋਲ ਦਿੰਦੀਆਂ ਨੇ, ਸਮਝੇ ਗੱਲ ਨੂੰ। ਤਾਂ ਸਮੁੰਦਰਾਂ 'ਚੋਂ ਹਵਾਵਾਂ ਚੱਲਦੀਆਂ ਨੇ ਪਾਣੀ ਚੱਕ ਕੇ, ਉੱਥੇ ਰੋਕਣ ਵਾਲਾ ਕੋਈ ਨਹੀਂ, ਤਾਂ ਕੋਈ ਖਤਰਾ ਨਹੀਂ। ਪਰ ਜਦੋਂ ਧਰਤੀ 'ਚ ਵੱਜਣਗੀਆਂ ਨਾਲ ਦੀ ਨਾਲ, ਧਰਤੀ ਵਾਲੇ ਆਵਾਸੇ ਆਉਣਗੀਆਂ ਤਾਂ ਨਾਲ ਦੀ ਨਾਲ ਉਹਨੂੰ ਕਿ ਝਟਕਾ ਲੱਗੂ, ਜਿਹਦੇ ਕਰਕੇ ਉਹਦਾ ਪਾਣੀ ਹੁੰਦਾ ਆਪਣਾ ਨਾਲ ਚੱਕਿਆ ਹੁੰਦਾ ਇੱਕਦਮ ਕਰ ਦਿੰਦੇ ਨੇ, ਡੋਲ ਦਿੰਦੇ ਨੇ, ਤਾਂ ਮੀਂਹ ਆ ਜਾਂਦੇ ਨੇ, ਹੜ੍ਹ ਆ ਜਾਂਦੇ ਨੇ ਵੱਡੇ ਪੱਧਰ 'ਤੇ। ਕਰ ਬਹੁਤ ਤੇਜ਼ ਹਵਾਵਾਂ ਚੱਲਦੀਆਂ ਨੇ, 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਹਵਾਵਾਂ ਚੱਲਦੀਆਂ ਨੇ, ਅਤੇ ਉੱਪਰੋਂ ਬਹੁਤ ਤੇਜ਼ ਕੀ ਪੈਂਦਾ ਜਾਂ ਮੀਂਹ ਪੈਂਦਾ, ਜਿਹਦੇ ਨਾਲ ਜਿਹੜੇ ਲੋਕ ਝੌਂਪੜੀਆਂ 'ਚ ਰਹਿੰਦੇ ਨੇ, ਕੱਚੇ ਘਰ 'ਚ ਰਹਿੰਦੇ ਨੇ, ਉਹਦੇ ਘਰ ਢਹਿ ਜਾਂਦੇ ਨੇ ਵੱਡੇ ਪੱਧਰ 'ਤੇ। ਜੇਕਰ ਹੜ੍ਹਾਂ ਪਾਣੀ ਆ ਜਾਂਦਾ, ਲੋਕ ਰੁੜ ਜਾਂਦੇ ਨੇ, ਤਾਂ ਕਾਫੀ ਤਰ੍ਹਾਂ ਦੀਆਂ ਪ੍ਰੋਬਲਮਸ ਕੀਆਂ ਆਉਂਦੀਆਂ ਨੇ। ਪਰ ਹੁਣ ਖੁਸ਼ੀ ਦੀ ਗੱਲ ਕੀ, ਉਹ ਕਹਿੰਦੇ ਵੀ ਜਿਹੜਾ ਇਹਦਾ ਇੰਪੈਕਟ ਪੈਣਾ ਸੀ ਪੈ ਗਿਆ, ਹੁਣ ਇਹ ਕੀ ਹੋ ਗਿਆ, ਮਾੜਾ ਹੋ ਗਿਆ, ਹੁਣ ਇਹ ਜ਼ਿਆਦਾ ਤਬਾਹੀ ਕੀ ਆ ਨਹੀਂ ਕਰਦਾ। ਤੁਸੀਂ ਨਿਊਜ਼ ਕੀ ਰੱਖਣਾ ਕਿ ਕਿਹੜਾ ਰੀਸੈਂਟ 'ਚ ਆਇਆਗਾ, ਤਾਂ ਆਸਾਨੀ ਆਏਗਾ, ਕਿੱਥੇ ਆਏਗਾ, ਪੱਛਮੀ ਬੰਗਾਲ 'ਚ ਆਇਆ। ਕਿੱਥੇ ਸਾਈਕਲੋਨ ਬਣਿਆਗਾ, ਇਹ ਬਣਿਆ ਬੰਗਾਲ ਦੀ ਖਾੜੀ ਵਿੱਚ। ਧਿਆਨ ਕਰੋ, ਸਾਡੇ ਭਾਰਤ ਦੇ ਜਿਹੜੇ ਤੂਫਾਨ ਆਉਂਦੇ ਨੇ, ਕੁਐਸਚਨ ਆਇਆ ਸੀ ਪੇਪਰ ਦੇ ਵਿੱਚ, ਆਹ ਭਾਰਤ ਦਾ ਕਿਹੜਾ ਪਾਸਾ ਗਾ, ਪੱਛਮੀ ਹਿੱਸਾ, ਆਹ ਭਾਰਤ ਦਾ ਕਿਹੜਾ ਹਿੱਸਾ ਗਾ, ਪੂਰਬੀ ਹਿੱਸਾ। ਪੂਰਬੀ ਹਿੱਸਾ ਕੀ ਆ, ਇੱਧਰ ਪਾਣੀ ਆ ਬੰਗਾਲ ਦੀ ਖਾੜੀ, ਇੱਧਰਲੇ ਪਾਸੇ ਪਾਣੀ ਆ ਕਿਹੜਾ, ਅਰਬ ਸਾਗਰ। ਸਹੀ ਗੱਲ ਸਾਥੀਓ। ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਜਿਹੜੇ ਭਾਰਤ 'ਚ ਚੱਕਰਵਾਤ ਆਉਂਦੇ ਨੇ, ਤੂਫਾਨ ਆਉਂਦੇ ਨੇ, ਉਹ ਭਾਰਤ ਦੇ ਕਿਹੜੇ ਹਿੱਸੇ 'ਚ ਆਉਂਦੇ ਨੇ, ਪੂਰਬੀ ਹਿੱਸੇ 'ਚ ਆਉਂਦੇ। ਇੱਧਰਲੇ ਪਾਸੇ ਤੁਸੀਂ ਕੋਈ ਚੱਕਰਵਾਤ ਨਹੀਂ ਸੁਣੋਗੇ, ਧਿਆਨ ਰੱਖਣਾ ਇਹ ਗੱਲ। ਕੁਐਸਚਨ ਆਊਗਾ ਕਿ ਭਾਰਤ ਦੇ ਕਿਹੜੇ ਹਿੱਸੇ ਦੇ ਵਿੱਚ ਚੱਕਰਵਾਤ ਜਾਂ ਤੂਫਾਨ ਆਉਂਦੇ ਨੇ, ਉਹਦਾ ਉੱਤਰ ਆਊਗਾ ਸਿਰਫ ਪੂਰਬੀ ਵਾਲੇ ਪਾਸੇ, ਸਮਝੇ ਗੱਲ ਨੂੰ। ਪੱਛਮੀ ਵਾਲੇ ਪਾਸੇ ਕਦੇ ਵੀ ਭਾਰਤ ਦੇ ਕੀ ਤੂਫਾਨ ਨਹੀਂ। ਗੁਜਰਾਤ ਮਹਾਰਾਸ਼ਟਰ ਵਾਲਾ ਇਲਾਕਾ ਆ ਗਿਆ, ਗੁਜਰਾਤ, ਮਹਾਰਾਸ਼ਟਰ, ਕੇਰਲਾ, ਗੋਆ, ਇੱਥੇ ਤੂਫਾਨ ਨਹੀਂ ਆਉਂਦੇ। ਤੂਫਾਨ ਆਉਣਗੇ ਪੱਛਮੀ ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਇੱਥੇ ਕੀ ਹੜ੍ਹ ਆਉਂਦੇ। ਕਾਰਨ, ਉਹਦਾ ਕਾਰਨ ਕੀ ਹੈਗਾ, ਅਸੀਂ ਦੇਖਦੇ ਸਾਥੀਓ, ਧਰਤੀ ਦੀ ਗੁਰਤਾਕਰਸ਼ਣ ਕਰਕੇ ਨਾ, ਧਰਤੀ ਦੇ ਘੁੰਮਣ ਕਰਕੇ ਹਵਾ ਤਾਂ ਇੱਧਰ ਵੀ ਬਣਦੀ ਆ, ਹਵਾ ਇੱਧਰ ਵੀ ਬਣਦੀ ਆ, ਪਰ ਹਮੇਸ਼ਾ ਜਿਹੜੇ ਤੂਫਾਨ ਨੇ ਨਾ ਉਹ ਕਿੱਧਰ ਨੂੰ ਮੂਵ ਕਰਦੇ ਨੇ, ਧਰਤੀ ਦੇ ਘੁੰਮਣ ਕਰਕੇ ਹਮੇਸ਼ਾ ਮੂਵ ਕਰਦੇ ਨੇ ਪੂਰਬ ਤੋਂ ਪੱਛਮ ਵੱਲ। ਧਿਆਨ ਰੱਖਣਾ, ਹਮੇਸ਼ਾ ਚੱਕਰਵਾਤ ਕਿੱਧਰ ਨੂੰ ਮੂਵ ਕਰਦੇ ਨੇ, ਪੂਰਬ ਤੋਂ ਪੱਛਮ ਵੱਲ। ਤਾਂ ਸਾਥੀਓ ਇੱਧਰੋਂ ਬਣਿਆ, ਕਿੱਧਰ ਨੂੰ ਜਾਊਗਾ, ਇਹ ਇੱਧਰ ਨੂੰ ਜਾਊਗਾ, ਤਾਂ ਇੱਥੇ ਕੀ ਕਰੂਗਾ, ਇਫੈਕਟ ਪਾਊ। ਬਣਦਾ ਇੱਥੇ ਵੀ ਅਰਬ ਸਾਗਰ 'ਚ, ਪਰ ਕਿੱਧਰ ਨੂੰ ਜਾਊਗਾ, ਉਹ ਪੱਛਮ ਨੂੰ ਜਾਊਗਾ। ਤਾਂ ਸਾਥੀਓ ਇੱਧਰ ਦੇਸ਼ ਬਣਦੇ ਨੇ ਸਾਊਦੀ ਅਰਬ ਵਰਗੇ। ਆਪਣੇ ਅਰਬ ਸਾਗਰ ਇੱਧਰਲੇ ਪਾਸੇ ਕਿਹੜਾ ਦੇਸ਼ ਆ ਗਿਆ, ਓਮਾਨ ਆ ਗਿਆ, ਸਾਊਦੀ ਅਰਬ ਆ ਗਿਆ, ਦੁਬਈ ਆ ਗਿਆ। ਇਹਨਾਂ ਦੇਸ਼ਾਂ 'ਤੇ ਜਿਹੜਾ ਚੱਕਰਵਾਤ ਬਣੂਗਾ ਕਿਹਨੂੰ ਇਫੈਕਟ ਕਰੂਗਾ, ਆਪਸ ਨੂੰ। ਧਿਆਨ ਰੱਖਣਾ ਇਹ ਗੱਲ ਦੀ। ਤਾਂ ਇੱਥੋਂ ਬਣਿਆ ਇੱਧਰ ਨੂੰ ਜਾਂਦਾ, ਇੱਧਰੋਂ ਬਣਿਆ ਇੱਧਰ ਨੂੰ ਜਾਂਦਾ। ਤਾਂ ਇੱਥੇ ਆਪਣੇ ਚੱਕਰਵਾਤ ਨਹੀਂ ਆਉਂਦੇ, ਸਿਰਫ ਕਿਹੜੇ ਪਾਸੇ ਆਉਂਦੇ, ਇੱਧਰਲੇ ਪਾਸੇ। ਧਿਆਨ ਰੱਖਣਾ ਇਹ ਗੱਲ। ਤਾਂ ਬੰਗਾਲ ਦੀ ਖਾੜੀ ਵਿੱਚ ਜਿਹੜੇ ਪੈਦਾ ਹੋਣਗੇ ਚੱਕਰਵਾਤ, ਉਹੀ ਭਾਰਤ ਨੂੰ ਕਰਨਗੇ, ਇਫੈਕਟ ਕਰਨਗੇ, ਅਰਬ ਸਾਗਰ ਵਾਲੇ ਇਫੈਕਟ ਨਹੀਂ ਕਰਦੇ। ਕਾਰਨ ਯਾਦ ਰੱਖਣਾ, ਕਿਉਂਕਿ ਹਮੇਸ਼ਾ ਚੱਕਰਵਾਤ ਕਿੱਧਰ ਨੂੰ ਜਾਂਦੇ ਨੇ, ਪੂਰਬ ਤੋਂ ਪੱਛਮ ਵੱਲ ਜਾਂਦੇ ਨੇ। ਧਿਆਨ ਰੱਖਣਾ, ਪੂਰਬ ਤੋਂ ਪੱਛਮ ਵੱਲ ਜਾਂਦੇ ਨੇ। ਧਿਆਨ ਰੱਖਣਾ ਇਹ ਗੱਲ। ਦੇਖ ਲਓ ਆਪਣੇ ਦੇ ਸਾਰੀਆਂ ਗੱਲਾਂ ਬਾਤਾਂ ਇੰਪੋਰਟੈਂਟ ਕਰਨਾ। ਤਾਂ ਇਹ ਤਾਂ ਜਮਾਂ ਨਵਾਂ ਆਇਆ, ਪਿਛਲੇ ਸਾਲ ਤਾਂ 5-6 ਮਹੀਨਿਆਂ 'ਚ ਇੱਕ ਚੱਕਰਵਾਤ ਹੋਰ ਵੀ ਆਏ ਸੀ ਆਪਣੇ, ਤੁਸੀਂ ਨਾਂ ਰੱਖਣੇ ਨੇ। ਰੀਸੈਂਟ 'ਚ 2-3 ਮਹੀਨੇ ਪਹਿਲਾਂ ਇੱਕ ਹੋਰ ਆਇਆ ਸੀ ਗੁਲਾਬ। ਧਿਆਨ ਰੱਖੋ, ਰੀਸੈਂਟ 'ਚ ਇੱਕ ਹੋਰ ਚੱਕਰਵਾਤ ਆਇਆ ਸੀ ਗੁਲਾਬ। ਕੁਐਸਚਨ ਵੀ ਗੁਲਾਬ ਚੱਕਰਵਾਤ ਭਾਰਤ ਦੇ ਕਿਹੜੇ ਹਿੱਸੇ 'ਚ ਆਇਆ ਸੀ, ਇਹਦਾ ਉੱਤਰ ਆਊਗਾ ਆਂਧਰਾ ਪ੍ਰਦੇਸ਼ ਵਿੱਚ। ਇਹ ਹੁਣ ਨਹੀਂ ਆਇਆ, 2-3 ਮਹੀਨੇ ਪਹਿਲਾਂ ਆਇਆ ਸੀ ਗੁਲਾਬ ਚੱਕਰਵਾਤ, ਇਹ ਵੀ ਯਾਦ ਰੱਖਣਾ ਤੁਸੀਂ।
ਤੀਜੇ ਨੰਬਰ ਤੇ ਇੱਕ ਹੋਰ ਆਇਆ ਸੀਗਾ, ਉਹਨਾਂ ਨੂੰ ਹੈਗਾ ਅਮਫਾਨ। ਅਮਫਾਨ ਚੱਕਰਵਾਤ ਸਾਥੀਓ, ਅਮਫਾਨ ਚੱਕਰਵਾਤ ਭਾਰਤ ਦੇ ਕਿਹੜੇ ਹਿੱਸੇ 'ਚ ਆਇਆ ਸੀਗਾ? ਇਹ ਵੀ ਆਇਆ ਸੀਗਾ ਪੱਛਮੀ ਬੰਗਾਲ 'ਚ। ਇਹ ਆਹ ਸਾਲ ਦੇ ਵਿੱਚ ਜਿਹੜੇ ਚੱਕਰਵਾਤ, ਵੱਡੇ ਚੱਕਰਵਾਤ ਆਏ ਸੀਗੇ, ਉਹਦੇ ਨਾਮ ਨੇ 3 ਨੇ। ਦੈਟ ਇਜ਼ ਕੀ ਹੈਗਾ? ਗੁਲਾਬ, ਆਸਾਨੀ, ਤੇ ਤੀਜਾ ਹੈਗਾ ਅਮਫਾਨ। ਧਿਆਨ ਰੱਖਣਾ। ਸਾਡੇ ਇੱਕ ਡਿਪਾਰਟਮੈਂਟ ਬਣਿਆ ਹੋਇਆ ਹੈਗਾ IMD। ਇਹਦਾ ਫੁੱਲ ਰੱਖਣਾ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ। ਜਿਹੜਾ ਸਾਰਾ ਕੁਝ ਕੰਮ ਕਰਦਾ, ਧਿਆਨ ਰੱਖਦਾ, ਕਿਉਂਕਿ ਆਪਾਂ ਤਾਂ ਚਲੋ ਪਾਣੀ ਨਾਲ ਨਹੀਂ ਲੱਗਦੇ, ਪਰੰਤੂ ਜਿਹੜੇ ਸਟੇਟ ਪਾਣੀ ਨਾਲ ਲੱਗਦੇ ਨੇ ਨਾ, ਉਹਨਾਂ ਦੀ ਪ੍ਰੋਬਲਮਸ ਵੱਖਰੀਆਂ ਹੁੰਦੀਆਂ ਨੇ। ਵੱਖਰੀਆਂ ਕੀ? ਮੰਨ ਲਓ ਉੱਥੇ ਮਛੁਆਰੇ ਨੇ, ਜਿਵੇਂ ਆਪਣੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਨਾ, ਉਹਨਾਂ ਲੋਕਾਂ ਦਾ ਮੁੱਖ ਕਿੱਤਾ ਕੀ ਹੈ? ਮੱਛੀ ਫੜਨਾ। ਤਾਂ ਹੁਣ ਮੰਨ ਲਾ ਵੀ ਪਾਣੀ 'ਚ ਚੱਕਰਵਾਤ ਦਾ ਨਹੀਂ ਪਤਾ ਲੱਗਦਾ, ਕਿਉਂਕਿ ਪਾਣੀ ਜਿਹੜਾ ਕੋਈ ਇਫੈਕਟ ਆ, ਪਰ ਮੰਨ ਲਓ ਪਾਣੀ 'ਚ ਵਾ ਕੇ ਉਹ ਉੱਥੇ ਜਾ ਕੇ ਚੱਕਰਵਾਤ ਆ ਗਿਆ, ਤਾਂ ਉਹਨਾਂ ਦੇ ਮਰਨ ਦੇ ਚਾਂਸਸ ਕੀ ਨੇ? ਹੈਗੇ ਨੇ ਕਿ ਨਹੀਂ? ਤਾਂ ਬਾਰ-ਬਾਰ ਜਿਵੇਂ ਆਪਣੇ ਕਿਸਾਨ ਚੈਨਲ ਚਲਾਏ ਜਾਂਦੇ ਨੇ, ਤਾਂ ਇਹ ਜਿਹੇ ਸਟੇਟਾਂ 'ਚ ਕੀ ਚਲਾਉਂਦੇ ਨੇ? ਉਹ IMD ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਕੰਮ ਚਲਾਉਂਦਾ ਵੀ ਭਾਈ ਹਰ ਰੋਜ਼ ਦੀ ਨਿਊਜ਼ ਦੱਸਦਾ ਵੀ ਅੱਜ ਭਾਈ ਟੈਂਪਰੇਚਰ ਇੰਨਾ ਗਾ, ਅੱਜ ਹਵਾਵਾਂ ਐਂ ਚੱਲ ਰਹੀਆਂ ਨੇ, ਅੱਜ ਤੁਸੀਂ ਆਹ ਇਲਾਕੇ 'ਚ ਜਾਓਗੇ ਤਾਂ ਤੁਹਾਨੂੰ ਕੀ ਖਤਰਾ ਹੈਗਾ। ਤਾਂ ਜਿੰਨਾ ਵੀ ਆਪਣੇ ਸਮੁੰਦਰਾਂ ਦਾ ਕੰਮ ਆ, ਸਮੁੰਦਰੀ ਕੰਮ ਆ, ਕਹਿਣ ਦਾ ਮਤਲਬ ਉਹਨੂੰ ਮੈਨੇਜ ਕਰਨ ਦਾ ਕੰਮ ਭਾਰਤ 'ਚ ਕਿਹੜਾ ਡਿਪਾਰਟਮੈਂਟ ਹੈਗਾ? IMD ਆ, ਜਿਹਦਾ ਨਾਮ ਕੀ ਹੈਗਾ? ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ। ਇਹ ਸਾਰਾ ਕੰਮ ਇਹ ਕਰਦਾ। ਸਾਈਕਲੋਨ ਕੀ ਆਇਆ, ਕਦੋਂ ਆਊ, ਕਦੋਂ ਨਹੀਂ ਆਊਗਾ, ਘਟ ਗਿਆ ਕਿ ਵੱਧ ਗਿਆ, ਸਾਰੀਆਂ ਗੱਲਾਂ ਤਾਂ ਕੌਣ ਦੱਸਦਾ ਹੈਗਾ? IMD। ਅਮਫਾਨ, ਗੁਲਾਬ ਤੋਂ ਬਾਅਦ ਪੱਛਮੀ ਬੰਗਾਲ। ਪੱਛਮੀ ਬੰਗਾਲ 'ਚ ਕਾਫੀ ਆਉਂਦੇ ਨੇ, ਕਿਉਂਕਿ ਬੰਗਾਲ ਦੀ ਖਾੜੀ ਸਭ ਤੋਂ ਜ਼ਿਆਦਾ ਨੇੜੇ ਕਿਹਦੇ ਪੈਂਦੀ ਹੈ? ਪੱਛਮੀ ਬੰਗਾਲ ਦੀ ਪੈਂਦੀ ਹੈ। ਆਈ ਆਊਂਗਾ ਵੀ ਰੀਸੈਂਟ 'ਚ ਗੁਲਾਬ ਨਿਊਜ਼ 'ਚ ਰਿਹਾ। ਗੁਲਾਬ ਕੀ ਹੈਗਾ? ਕੋਈ ਚੱਕਰਵਾਤ ਆ, ਕੋਈ ਜਹਾਜ਼ ਬਣਾਇਆ ਭਾਰਤ ਵਾਲਿਆਂ ਨੇ, ਕੀ ਚੱਕਰ ਕਿੱਦਾਂ ਬਣ ਗਿਆ? ਇੱਕ ਕੁਐਸਚਨ ਬਣੂ ਵੀ ਰੀਸੈਂਟ 'ਚ ਗੁਲਾਬ ਨਿਊਜ਼ 'ਚ ਰਿਹਾ ਚੱਕਰਵਾਤ, ਇਹ ਕਿੱਥੇ ਆਇਆ ਸੀ ਭਾਰਤ ਦੇ ਵਿੱਚ? ਕਿਹੜੇ ਇਲਾਕੇ ਨੂੰ ਪ੍ਰਭਾਵਿਤ ਕਰਕੇ ਗਿਆ? ਤੇ ਕਿਹੜੇ ਇਲਾਕੇ ਨੂੰ ਪ੍ਰਭਾਵਿਤ ਕਰਕੇ ਗਿਆ? ਆਂਧਰਾ ਪ੍ਰਦੇਸ਼। ਐਂ ਕਰਕੇ ਕੁਐਸਚਨ ਬਣਦਾ, ਐਂ ਕੁਐਸਚਨ ਬਣਦਾ। ਅੱਗੇ ਵਧੋ। ਅੱਗੇ ਕੀ ਹੈਗਾ ਸਾਥੀਓ? ਰੀਸੈਂਟ ਦੇ ਵਿੱਚ ਨਾ ਕੀ ਹੈ, ਬਹੁਤ ਵਧੀਆ ਸਕੀਮ ਸਟਾਰਟ ਕੀਤੀ ਗਈ ਆ, ਲਾਡਲੀ ਲక్ష్ਮੀ ਸਕੀਮ। ਲਾਡਲੀ ਲక్ష్ਮੀ ਸਕੀਮ, ਲਾਡਲੀ ਲక్ష్ਮੀ ਸਕੀਮ। ਕੁਐਸਚਨ ਆਊਗੀ ਲਾਡਲੀ ਲక్ష్ਮੀ ਸਕੀਮ, ਪੇਪਰਾਂ 'ਚ ਕੁਐਸਚਨ ਬਸ ਇਹੀ ਬਣਦਾ ਹੁੰਦਾ ਵੀ ਕਿਹੜੇ ਰਾਜ 'ਚ ਬੱਚਾ ਹੈ? ਰਾਜ ਪੁੱਛਦੇ ਨੇ ਪੇਪਰਾਂ ਦੇ ਵਿੱਚ। ਇਹ ਲਾਡਲੀ ਲక్ష్ਮੀ ਸਕੀਮ ਭਾਰਤ ਦੇ ਕਿਹੜੇ ਰਾਜ ਵਿੱਚ ਆਈ ਆ? ਸਾਥੀਓ, ਇਹ ਮੱਧ ਪ੍ਰਦੇਸ਼ ਦੇ ਸਰਕਾਰ ਨੇ ਕੀ ਕੀਤੀ ਹੈ? ਸਟਾਰਟ ਕੀਤੀ ਆ। MP ਨੇ ਸਟਾਰਟ ਕੀਤੀ ਆ। ਨਾਮ ਤੋਂ ਵੀ ਪਤਾ ਲੱਗ ਰਿਹਾ ਹੋਊ ਲਾਡਲੀ ਲక్ష్ਮੀ। ਅਬ ਕੁੜੀਆਂ ਵਾਸਤੇ ਕੀ ਸਕੀਮ ਆ, ਉਹਨੇ ਕੀ ਲਾਂਚ ਕੀਤੀ ਆ? ਬਹੁਤ ਵਧੀਆ ਸਕੀਮ ਆ। ਜਿਹੜੇ ਬੱਚੇ +2 ਕਰ ਰਹੇ ਨੇ, +2 ਕਰਕੇ ਮੰਨ ਲਓ ਉਹਨਾਂ ਨੇ ਕੋਈ ਕੀ ਕਰਨਾ ਗਾ, ਕੋਈ ਕਾਲਜ ਦਾਖਲਾ ਲੈਣਾ ਗਾ, ਇੰਜੀਨੀਅਰਿੰਗ ਕਾਲਜ ਦਾਖਲਾ ਲੈਣਾ, ਜਾਂ ਫਿਰ ਮੈਡੀਕਲ ਕਾਲਜ 'ਚ ਦਾਖਲਾ ਲੈਣਾ, ਜਾਂ ਫਿਰ ਕੋਈ ਵਕੀਲ ਦੇ ਕੋਰਸ ਦਾ ਲੈਣਾ, ਕੋਈ ਮਰਜ਼ੀ, ਤਾਂ ਉਹਦੇ ਲਈ ਉਹ ਇੱਕ ਸਰਕਾਰੀ ਟੈਸਟ ਰੱਖਣਗੇ। ਸਰਕਾਰੀ ਟੈਸਟ ਰੱਖਣਗੇ। ਜਿਹੜਾ ਬੱਚਾ ਸਰਕਾਰੀ ਟੈਸਟ ਤੋਂ ਕੀ ਕਰ ਗਿਆ? ਪਾਸ ਕਰ ਗਿਆ, ਉਹਦੀ ਸਾਰੀ ਪੜ੍ਹਾਈ ਦਾ ਖਰਚਾ ਕੌਣ ਚੱਕੂਗੀ? ਸਰਕਾਰ। ਸਮਝ ਗੱਲ ਨੂੰ? ਆਪ ਉਹੀ ਗੱਲ ਯੋਗਤਾ ਦੇਖ ਰਹੇ ਨੇ ਵੀ ਯੋਗਤਾ ਭਾਈ ਤੁਹਾਡੇ 'ਚ ਹੈਗੀ ਆ, ਉਹ ਗੱਲ ਦੀ ਤੁਹਾਨੂੰ ਰੁਪਈਆਂ ਦੀ ਕੋਈ ਚਿੰਤਾ ਵਾਲੀ ਗੱਲ ਨਹੀਂ। ਰੁਪਏ ਅਸੀਂ ਕੀ ਕਰਾਂਗੇ? ਆਪ ਕਰਾਂਗੇ। ਨਾਲ ਨਾਲ ਇਹਨਾਂ ਨੂੰ 25,000 ਰੁਪਇਆ ਐਜ਼ ਅ ਰਿਵਾਰਡ ਵੀ ਕੀ ਆ ਦਿੱਤਾ ਜਾਊਗਾ। ਤਾਂ ਸਾਰੀ ਫੀਸ ਉਹ ਆਪ ਭਰਨਗੇ ਤੇ ਨਾਲ 25,000 ਰੁਪਏ ਕੀ ਨਾਲ ਉਹ ਬੰਦੇ ਨੂੰ, ਕੁੜੀ ਨੂੰ ਕੀ ਆ ਦੇਣਗੇ, ਤਾਂ ਕਿ ਉਹ ਆਪਣਾ ਕੋਈ ਉਹਨੂੰ ਖਰਚਾ ਵਗੈਰਾ ਚਾਹੀਦਾ ਰੱਖ ਰਖਾਵ ਦਾ ਉਹ ਖਰਚਾ ਕਰ ਲਵੇ, ਪੂਰਾ ਕਰ ਲਵੇ। ਸਿਰਫ ਕਿਹਦੇ ਬੇਸ 'ਤੇ? ਪੇਪਰ ਦੇ ਵਿੱਚ। ਕੁੜੀਆਂ ਲਈ ਆਉਂਦੀ, ਕੁੜੀਆਂ ਲਈ। ਤੇ ਕਿੱਥੇ ਹੈਗੀ? ਮੱਧ ਪ੍ਰਦੇਸ਼ ਦੇ ਵਿੱਚ। ਲਿਖੋ ਕਾਪੀ ਦੀ। ਹੁਣ ਕੁਐਸਚਨ ਵੈਸੇ ਆਏ ਆਉਂਦਾ ਨਹੀਂ, ਤੁਹਾਨੂੰ ਦੱਸਦਾ ਮੈਂ। ਕੁਐਸਚਨ ਨੂੰ ਆਏ ਨਹੀਂ ਆਉਂਦਾ ਵੀ ਯਾਰ ਲਾਡ ਲక్ష్ਮੀ ਸਕੀਮ ਆ, ਕਾਹਦੇ ਲਈ ਆਈ ਆ, ਕਿੰਨੇ ਰੁਪਏ ਦੇਣਗੇ, 25,000, ਇਹ ਗੱਲਾਂ ਬਾਤਾਂ ਕੁਝ ਨਹੀਂ ਪੁੱਛਦੇ ਪੇਪਰ 'ਚ। ਪੇਪਰ 'ਚ ਕੁਐਸਚਨ ਕਹਿੰਦਾ ਕਿ ਲਾਡਲੀ ਲక్ష్ਮੀ ਸਕੀਮ ਰੀਸੈਂਟ 'ਚ ਕਿਹੜੇ ਰਾਜ ਨੇ ਕੀ ਹੈਗੀ ਲਾਗੂ ਕੀਤੀ ਹੈ, ਇੰਪਲੀਮੈਂਟ ਕੀਤੀ ਆ? ਆਪਸ਼ਨ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਵਗੈਰਾ ਵਗੈਰਾ ਐਂ ਕਰਕੇ ਆ ਜਾਂਦਾ। ਸਾਥੀਓ, ਇਹਦੇ ਨਾਲ ਇੱਕ ਸਕੀਮ ਤੁਹਾਨੂੰ ਹੋਰ ਦੱਸਦਾ। ਇੱਕ ਇਹ ਤਾਂ ਯਾਦ ਰੱਖਣੀ ਹੈ, ਇਹ ਤਾਂ ਰੀਸੈਂਟ ਨਿਊਜ਼ 'ਚ ਹੈਗੀ ਹੈ, ਕੱਲ੍ਹ ਦੀ ਗੱਲ ਆ। ਅਗਲੀ ਜਿਹੜੀ ਇੱਕ ਨਵੀਂ ਦੈਟ ਇਜ਼ ਕਿ ਸਕੀਮ ਹੋਰ ਆ, ਜਿਹੜੀ ਕਾਫੀ ਨਿਊਜ਼ ਚੱਲ ਰਹੀ ਆ, ਉਹਦਾ ਨਾਂ ਹੈਗਾ ਅਧਿਗਮ। ਅਧਿਗਮ ਸਕੀਮ। ਅਧਿਗਮ ਸਕੀਮ। ਇਹ ਸਕੀਮ ਲਾਂਚ ਕੀਤੀ ਹਰਿਆਣੇ ਨੇ। ਹਰਿਆਣੇ ਨੇ ਵੀ ਐਜੂਕੇਸ਼ਨ ਦੇ ਲਈ ਵੀ ਜਿਹੜੇ ਬੱਚੇ ਰੀਸੈਂਟ ਦੇ ਵਿੱਚ ਮੰਨ ਲਓ ਵੀ ਤੁਹਾਨੂੰ ਤਾਂ ਕਰੋਨਾ ਕਰਕੇ ਬੱਚਿਆਂ ਨੂੰ ਟੈਬਲੇਟ ਦੀ ਲੋੜ ਆ ਨਾ, ਟੈਬ ਦੀ ਲੋੜ ਆ, ਤਾਂ 5 ਲੱਖ ਬੱਚੇ ਹਰਿਆਣਾ ਦੇ ਵਿੱਚ ਉਹਨਾਂ ਨੂੰ ਸਰਕਾਰ ਕੀ ਦੇਊਗੀ? ਟੈਬਲੇਟ ਦੇਊਗੀ। ਟੈਬਲੇਟ ਸਮਝੋ ਨਾ, ਮੋਬਾਈਲ। ਤਾਂ ਉਹ ਟੈਬ ਕੀ ਹੈ ਪ੍ਰੋਵਾਈਡ ਕਰਾਊਗੀ ਕੌਣ? ਹਰਿਆਣਾ ਦੀ ਗਵਰਨਮੈਂਟ।
ਸਕੀਮ ਤਾਂ ਸਕੀਮ ਰੱਖਣੀ ਹੈ ਅਧਿਗਮ ਸਕੀਮ। ਕਾਹਦੇ ਨਾਲ ਜਿਹੜਾ ਬੱਚਿਆਂ ਨੂੰ, ਜਿਵੇਂ ਆਪਾਂ ਨੂੰ ਆਪਣੇ ਮੋਬਾਈਲ ਫੋਨ ਵੰਡੇ ਸੀ ਕਿ ਨਹੀਂ ਵੰਡੇ ਸੀ ਕੈਪਟਨ ਨੇ? ਵੰਡੇ ਸੀ, ਕੈਪਟਨ ਨੇ ਵੰਡੇ ਸੀ ਫੋਨ, ਸਮਝੇ ਗੱਲ ਨੂੰ? ਤਾਂ ਬਹੁਤ ਸਾਰੇ ਲੋਕਾਂ ਕੋਲ ਵਧੀਆ ਫੋਨ ਆਏ ਸੀ 65,000 ਰੁਪਏ ਦੇ। ਤਾਂ ਉਵੇਂ ਹੀ ਕਹਿਣ ਦਾ ਮਤਲਬ ਇਹ ਵੀ ਕੀ ਵੰਡਣਗੇ, ਕਹਿਣ ਦਾ ਮਤਲਬ ਟੈਬਲੇਟ ਵੰਡਣਗੇ, ਦੈਟ ਇਜ਼ ਅਧਿਗਮ ਸਕੀਮ ਦੇ ਅੰਡਰ, ਕਿੰਨਾਂ ਨੂੰ? ਬੱਚਿਆਂ ਨੂੰ, ਤਾਂ ਕਿ ਉਹਦੀ ਪੜ੍ਹਾਈ ਦੇ ਵਿੱਚ ਕਰਕੇ ਕੋਈ ਪ੍ਰੋਬਲਮ ਨਾ ਆ ਸਕੇ। ਧਿਆਨ ਰੱਖਣਾ, ਹਰਿਆਣੇ ਲਾਗੂ ਕੀਤੀ ਹੈ, ਹਾਂ ਇਹ ਯਾਦ ਰੱਖਣਾ। ਇੱਕ ਹੋਰ ਤੀਜੀ ਸਕੀਮ ਨਿਊਜ਼ 'ਚ ਯਾਦ ਰੱਖਣੀ ਹੈ, ਇਹਦਾ ਨਾਮ ਹੈਗਾ ਨੇਥਾਨਾ ਬੀਮਾ, ਨੇਥਾਨਾ ਬੀਮਾ ਯੋਜਨਾ। ਤੀਜੀ ਸਕੀਮ ਹੈ ਜਿਹੜੀ ਨਿਊਜ਼ ਚੱਲ ਰਹੀ ਹੈ, ਨੇਥਾਨਾ, NETHANA BIMA ਯੋਜਨਾ। ਨੇਥਾਨਾ ਬੀਮਾ ਯੋਜਨਾ ਸਾਥੀਓ ਤੇਲੰਗਾਨਾ ਦੀ ਕੀ ਹੈਗੀ ਸਕੀਮ ਆ, ਤੇਲੰਗਾਨਾ ਸਰਕਾਰ ਦੀ ਸਕੀਮ ਆ, ਜਿਹਦੇ ਵਿੱਚ ਜਿਹੜੇ ਬੰਦੇ ਜੁੜੇ ਹੋਏ ਨੇ ਕੱਪੜਾ ਉਦਯੋਗ ਨਾਲ। ਆਪਣੇ ਤਾਂ ਪੰਜਾਬ 'ਚ ਘੱਟ ਆ, ਹਾਲਾਂਕਿ ਅੱਜ ਵੀ ਲੁਧਿਆਣੇ ਜਾਓਗੇ ਨਾ ਤਾਂ ਤੁਹਾਨੂੰ ਘਰਾਂ 'ਚ ਫੈਕਟਰੀਆਂ ਮਿਲਣਗੀਆਂ ਲੋਕਾਂ ਦੀਆਂ, ਘਰਾਂ 'ਚ ਨਾ ਨਿੱਕੀਆਂ ਨਿੱਕੀਆਂ ਫੈਕਟਰੀਆਂ ਲਾਈ ਬੈਠੇ ਨੇ। ਜਿਹੜਾ ਆਪਾਂ ਕੱਪੜੇ ਦੀ ਸ਼ਰਟਾਂ ਪਾਉਣੇ ਆ ਜਾਂ ਕੋਟੀਆਂ ਨਹੀਂ ਪਾਉਂਦੇ, ਆਪਾਂ ਕੋਟੀਆਂ ਪਾਉਣੇ ਆ, ਸਕਾਫ ਬੱਚਿਆਂ ਆਉਂਦੇ ਨੇ, ਟੋਪੀਆਂ ਆਉਂਦੀਆਂ ਨੇ, ਉਹ ਘਰੇ ਬੈਠੇ ਪਾਉਂਦੇ। ਹੁਣ ਉਹ ਲੋਕ ਲੱਗੇ ਪਏ ਨੇ। ਮੇਰਾ ਮਿੱਤਰ ਆ ਮੁੰਡਾ, ਉਹ ਕੰਮ ਕਰਦੇ ਨੇ, ਉਹ ਕਹਿੰਦਾ ਵੀ ਸਾਡਾ ਸਮਾਨ ਇੱਥੋਂ ਅਫਗਾਨਿਸਤਾਨ ਜਾਂਦਾ। ਠੰਡ 'ਚ ਤਾਂ ਉਹ ਵਿਹਲੇ ਰਹਿੰਦੇ ਨੇ 2 ਮਹੀਨੇ, ਠੰਡ 'ਚ ਨਹੀਂ ਉਹ ਕੰਮ ਕਰਦੇ। ਜਿਹੜੀ ਗਰਮੀਆਂ ਹੁੰਦੀਆਂ 9 ਮਹੀਨੇ ਲਗਾਤਾਰ, ਹੁਣ ਉਹ ਬੈਠੇ ਟੋਪੀਆਂ ਬਣਾਈ ਜਾਂਦੇ ਨੇ, ਟੋਪੀਆਂ ਬਣਾਈ ਜਾਂਦੇ ਨੇ, ਕਹਿੰਦਾ ਮਤਲਬ ਸ਼ਾਲ ਬਣਾਈ ਜਾਂਦੇ ਨੇ, ਸਮਝੇ ਗੱਲ ਨੂੰ? ਘਰੇ ਬੈਠੇ ਲੇਡੀਜ਼ ਲੱਗੀਆਂ ਪਈਆਂ ਨੇ। ਫਿਰ 8-9 ਮਹੀਨੇ ਜਦੋਂ ਆਪਣੀ ਠੰਡ ਆਊਗੀ, ਇਕੱਠਾ ਵਪਾਰੀ ਆਊਗਾ ਕੋਈ, ਜਾਂ ਤਾਂ ਦਿੱਲੀ ਦਾ ਕੋਈ ਵਪਾਰੀ ਆਊਗਾ ਜਾਂ ਕੋਈ ਅਫਗਾਨਿਸਤਾਨ ਦਾ ਵਪਾਰੀ ਆਊਗਾ, ਉਹ ਕਹੂਗਾ ਵੀ ਸਾਰਾ ਸਮਾਨ ਕਰੋ ਪੈਕ ਭਾਈ, ਮੈਨੂੰ ਭੇਜੋ। ਪਰ ਪਹਿਲੀ ਰੁਪਏ ਭੇਜਦੇ ਰਹਿੰਦੇ ਨੇ ਉੱਧਰਲੇ ਪਾਸਿਓਂ, ਐਂ ਵੀ ਨਹੀਂ ਵੀ ਇਕੱਠਾ ਸਮਾਨ ਤਾਂ ਲੱਖ ਰੁਪਏ ਭੇਜ ਦੇਣਗੇ ਕਿ ਭਾਈ ਸਾਡਾ ਸਮਾਨ ਬਣਾਈ ਰੱਖੋ। ਕਿੰਨਾ ਸਮਾਨ ਬਣ ਗਿਆ? ਇੰਨਾ ਬਣ ਗਿਆ ਜੀ, ਹੋਰ ਰੁਪਇਆ ਭੇਜਤਾ। ਜਦੋਂ ਆਊਗਾ ਕਹਿੰਦਾ ਮਤਲਬ 9 ਮਹੀਨੇ ਬਾਅਦ ਸਮਾਨ ਚੱਕ ਕੇ ਲੈ ਜਾਊਗਾ, 2 ਮਹੀਨਿਆਂ 'ਚ ਵੇਚ ਕੇ ਫਿਰ ਕੀ ਸਟਾਰਟ ਕਰ ਦੇਣਗੇ। ਉਹ 2 ਮਹੀਨੇ ਵਪਾਰੀ ਵਿਹਲੇ ਰਹਿੰਦੇ ਨੇ, 9 ਮਹੀਨੇ ਦੱਬ ਕੇ ਹੁਣ ਉਹ ਕੱਪੜੇ ਜਿਹੜੇ ਆਪਣੇ ਮੋਟੇ ਕੱਪੜੇ ਨੂੰ ਬਣਾਉਣਾ ਕਰ ਦਿੰਦੇ ਨੇ, ਸਟਾਰਟ ਕਰ ਦਿੰਦੇ ਨੇ। ਸਮਝੀ ਗੱਲ ਨੂੰ? ਆਪਣਾ ਲੁਧਿਆਣੇ ਤੋਂ ਕੱਪੜਾ ਨੇਪਾਲ, ਭੂਟਾਨ, ਅਫਗਾਨਿਸਤਾਨ, ਪਾਕਿਸਤਾਨ, ਵੱਡੇ ਵੱਡੇ ਦੇਸ਼ਾਂ ਦੇ ਵਿੱਚ ਕਰਕੇ ਆਪਣੇ ਲੁਧਿਆਣੇ ਤੋਂ ਸਮਾਨ ਜਾਂਦਾ। ਤਾਂ ਹੀ ਉਹ ਹੌਜ਼ਰੀ ਭਾਵ ਕੱਪੜਾ ਉਦਯੋਗ ਦਾ ਬਹੁਤ ਵੱਡਾ ਕੇਂਦਰ ਕੌਣ ਹੈਗਾ? ਲੁਧਿਆਣਾ। ਤਾਂ ਉਵੇਂ ਸਾਥੀਓ ਦੱਸ ਰਹੇ ਆ ਵੀ ਇਹਨਾਂ ਲੋਕਾਂ ਨੂੰ ਪ੍ਰੋਬਲਮ ਕੀ ਆਉਂਦੀ ਹੈ? ਰੁਪਈਆਂ ਦੀ। ਕੰਮ ਤਾਂ ਇਹਨਾਂ ਕੋਲ ਮਸ਼ੀਨਾਂ ਹੈਗੀਆਂ ਨੇ, ਪਰ ਇਹ ਮਸ਼ੀਨਾਂ ਵੱਡੇ ਪਤਾ ਛੋਟੇ ਛੋਟੇ ਮਸ਼ੀਨਾਂ ਹੁੰਦੀਆਂ ਨੇ। ਇੱਕ ਦਿਨ ਦੇ ਵਿੱਚ 20 ਪੀਸ ਬਣਾਤੇ, 25 ਪੀਸ ਬਣਾਤੇ, ਕੋਟੀਆਂ ਬਣਾ ਕੇ ਐਂ ਬਣਾਉਂਦੇ ਨੇ। ਇਹਨਾਂ ਨੂੰ ਕੀ ਲੋੜ ਹੁੰਦੀ ਹੈ ਵੀ ਸਾਨੂੰ ਪਹਿਲਾਂ ਕੋਈ ਚੀਜ਼ ਦੇਵੇ, ਲੋਨ ਦੇ ਦੇਵੇ। ਸਮਝੇ ਗੱਲ? ਲੋਨ ਦੇ ਦੇਵੇ, ਜਦੋਂ ਸਾਡਾ ਸਮਾਨ ਵਿਕਿਆ ਅਸੀਂ ਉਹਦਾ ਲੋਨ ਕੀ ਕਰ ਦੇਵਾਂਗੇ? ਤਾਰ ਦੇਵਾਂਗੇ ਆਪਣਾ। ਤਾਂ ਸਾਥੀਓ ਅਲੱਗ-ਅਲੱਗ ਸਟੇਟਾਂ ਇਹ ਜੇ ਕੀ ਲੈ ਕੇ ਆਉਂਦੀਆਂ ਨੇ, ਸਕੀਮਾਂ ਲੈ ਕੇ ਆਉਂਦੀਆਂ ਨੇ। ਇਹ ਵੀ ਸਕੀਮ ਉਹੀ ਆ ਨੇਥਾਨਾ ਬੀਮਾ ਯੋਜਨਾ, ਜਿਹਦੇ ਵਿੱਚ ਤੇਲੰਗਾਨਾ 'ਚ ਜਿਹੜੇ ਬੰਦੇ ਕੋਈ ਜੁੜੇ ਹੋਏ ਨੇ ਕੱਪੜਾ ਉਦਯੋਗ ਨਾਲ, ਕੱਪੜਾ ਬਣਾਉਂਦੇ ਨੇ ਆਪਣੇ ਘਰਾਂ ਦੇ ਵਿੱਚ ਬੈਠ ਕੇ, ਤਾਂ ਉਹਨਾਂ ਨੂੰ ਸਰਕਾਰ ਕੀ ਦੇਊਗੀ? ਸਸਤੇ ਰੇਟ 'ਤੇ ਕੀ ਦੇਊਗੀ? ਲੋਨ ਪ੍ਰੋਵਾਈਡ ਕਰਨਾ। ਤਾਂ ਲੋਨ ਦੀ ਸਕੀਮ ਆ, ਧਿਆਨ ਰੱਖਣਾ, ਸਸਤੇ ਰੇਟਾਂ 'ਤੇ ਲੋਨ ਪ੍ਰੋਵਾਈਡ ਕਰਾਓ। ਜਿਵੇਂ ਆਪਣੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਕਾਫੀ ਚੱਲਦੇ ਮੱਝਾਂ 'ਤੇ ਲੋਨ ਹੋ ਰਿਹਾ ਨਾ, ਮੱਝਾਂ 'ਤੇ 2-2.5 ਲੱਖ ਰੁਪਏ ਦਾ ਲੋਨ ਹੋ ਜਾਂਦਾ ਹੈਗਾ ਵੀ ਭਾਈ ਜਦੋਂ ਤੁਹਾਡੇ ਕੋਲ ਰੁਪਏ ਘੱਟ ਗਏ ਕੋਈ ਨਹੀਂ, ਬਹੁਤ ਸਸਤੇ ਵਿਆਜ 'ਤੇ ਕੇ ਲੋਨ ਕਰ ਰਹੇ ਹਾਂ ਤਾਂ ਕਿ ਤੁਸੀਂ ਆਪਣੀ ਮੱਝ ਨੂੰ ਦੈਟ ਇਜ਼ ਕੀ ਕੋਈ ਖੁਰਾਕ ਵਗੈਰਾ ਦਿਓ ਤਾਂ ਕਿ ਤੁਹਾਨੂੰ ਕੀ ਹੋ ਸਕੇ, ਬੈਨੀਫਿਟ ਹੋ ਸਕੇ। ਆਪਣੇ ਪੰਜਾਬ 'ਚ ਇਹੀਆਂ ਸਕੀਮਾਂ ਚੱਲਦੀਆਂ ਨੇ, ਤਾਂ ਉਧਰਲੇ ਰਾਜਾਂ ਦੇ ਵਿੱਚ ਉਹ ਜਿਹੀਆਂ ਸਕੀਮਾਂ ਚੱਲਦੀਆਂ ਨੇ। 3 ਸਕੀਮਾਂ ਲਾਡਲੀ, ਅਧਿਗਮ ਤੇ ਨੇਥਾਨਾ ਬੀਮਾ ਯੋਜਨਾ, 3 ਸਕੀਮਾਂ ਕੀ ਨੇ ਨਿਊਜ਼ ਦੇ ਵਿੱਚ ਚੱਲ ਰਹੀਆਂ। ਅੱਗੇ ਚਲੋ, ਅੱਗੇ ਕੀ ਆ? ਇੱਕ ਕੁੜੀ ਦਾ ਨਾਮ ਆ ਰਿਹਾ, ਬਹੁਤ ਹੀ ਇੰਪੋਰਟੈਂਟ ਆ, ਨਾਮ ਹੈਗਾ ਪ੍ਰਿਯੰਕਾ, ਪ੍ਰਿਯੰਕਾ ਮੋਹਿਤੀ। ਸਾਥੀਓ ਬਹੁਤ ਇੰਪੋਰਟੈਂਟ ਕੁਐਸਚਨ, ਪੱਕਾ ਪੇਪਰ 'ਚ ਕੁਐਸਚਨ ਆਊਗਾ। ਪ੍ਰਿਯੰਕਾ ਮੋਹਿਤੀ ਦਾ ਨਾਮ ਆ ਰਿਹਾ ਕਿਉਂਕਿ ਇਹਨੇ ਭਾਰਤ ਦੀਆਂ 8000 ਮੀਟਰ ਤੋਂ ਉੱਚੀਆਂ ਜਿੰਨੀਆਂ ਵੀ ਪਰਬਤ ਸ਼੍ਰੇਣੀਆਂ ਸੀਗੀਆਂ ਉਹਨੂੰ ਸਭ ਨੂੰ ਕੀ ਕਰ ਲਿਆ ਇਹਨੇ? ਸਰ ਕਰ ਲਿਆ। 8 ਉੱਚੀਆਂ ਜਿਹੜੀਆਂ ਆਪਣੀਆਂ ਪਰਬਤ ਸ਼੍ਰੇਣੀਆਂ ਸੀ, 8 ਉੱਚੀਆਂ ਬਾਬਾ 8000 ਮੀਟਰ ਤੋਂ, 8000 ਮੀਟਰ ਤੋਂ ਉੱਚੀਆਂ ਜਿਹੜੀਆਂ ਨੇ ਪਰਬਤ ਸ਼੍ਰੇਣੀਆਂ ਸੀਗੀਆਂ, ਉੱਥੇ ਜਾਣ ਵਾਲੀ ਭਾਰਤ ਦੀ ਕਿਹੜੀ ਔਰਤ ਬਣ ਚੁੱਕੀ ਹੈ? ਪਹਿਲੀ ਔਰਤ ਬਣ ਚੁੱਕੀ ਹੈ, ਜਿਹਦਾ ਨਾਂ ਕੀ ਹੈਗਾ? ਪ੍ਰਿਯੰਕਾ ਮੋਹਿਤੀ। ਸਮਝੇ ਗੱਲ ਨੂੰ? ਹੁਣ ਪੇਪਰ 'ਚ ਕੁਐਸਚਨ ਕੀ ਬਣੂਗਾ ਕਿ ਰੀਸੈਂਟ 'ਚ ਪ੍ਰਿਯੰਕਾ ਮੋਹਿਤੀ ਦਾ ਨਾਮ ਨਿਊਜ਼ 'ਚ ਰਿਹਾ, ਕੌਣ ਆ ਪ੍ਰਿਯੰਕਾ ਮੋਹਿਤੀ? ਇਹ ਕੋਈ ਪਲੇਅਰ ਆ, ਇਹ ਕੋਈ ਪੋਲੀਟੀਕਲ ਜਿਹੜੀ ਕਿ ਲੈਣ ਦੇਣ ਕਰ ਆ, ਜਾਂ ਕੋਈ ਇਹਨੂੰ ਕਹਿੰਦੇ ਨੇ ਐਡਵੈਂਚਰਿਸਟ, ਇਹਨੂੰ ਕਹਿੰਦੇ ਐਡਵੈਂਚਰਿਸਟ, ਜਿਹੜੀ ਇਹ ਜੇ ਕੋਈ ਪੀਕ 'ਤੇ ਚੜ੍ਹਦੀ ਹੈ ਕਹਿੰਦਾ ਮਤਲਬ, ਤਾਂ ਇਹ ਐਡਵੈਂਚਰਿਸਟ ਆ, ਇਹਨੂੰ ਐਡਵੈਂਚਰਿਸਟ ਕਹਿੰਦੇ ਨੇ ਇੰਗਲਿਸ਼। ਪਹਿਲੀ ਭਾਰਤ ਦੀ 8 ਚੋਟੀਆਂ 'ਤੇ ਜਾਣ ਵਾਲੀ। ਤੇ ਸਾਥੀਓ 8 ਚੋਟੀਆਂ 'ਤੇ ਜਾਣਾ ਕੋਈ ਸੌਖੀ ਗੱਲ ਨਹੀਂ, ਲੋਕ ਇੱਕ 'ਤੇ ਨਹੀਂ ਜਾਂਦੇ, ਸਮਝੀ ਗੱਲ ਨੂੰ? 8-8000 ਮੀਟਰ ਉੱਚੇ, ਜਦੋਂ 8000 ਮੀਟਰ ਉੱਚੀ 8 ਕਿਲੋਮੀਟਰ ਹੋ ਗਿਆ, 8 ਕਿਲੋਮੀਟਰ ਉੱਚੀ 'ਤੇ ਬਿਲਕੁਲ ਕੀ ਹੋਣਗੇ? ਕੀ ਹੋਊਗਾ? ਗਲੇਸ਼ੀਅਰ ਹੋਣਗੇ, ਬਿਲਕੁਲ ਐਂ
ਬਰਫ਼ ਵਿਛੀ ਹੋ ਕਹਿ ਲਓ। ਉੱਥੇ 8 ਇਹ ਜਿਹੀਆਂ ਪਹਾੜੀਆਂ ਜਾਣ ਵਾਲੀ ਪਹਾੜ ਗੈਸ ਸਿਲੰਡਰ ਵਧੀਆ ਕੁਐਸਚਨ ਆ। ਆਕਸੀਜਨ ਸਿਲੰਡਰ ਨਾਲ ਲੈ ਕੇ ਜਾਂਦੇ ਨੇ ਆਪਣੇ, ਸਮਝੇ ਗੱਲ ਨੂੰ, ਤਾਂ ਹੀ ਤਾਂ ਔਖਾ ਹੈਗਾ। ਆਕਸੀਜਨ ਸਿਲੰਡਰ ਨਾਲ ਲੈ ਕੇ ਜਾਂਦੇ ਨੇ, ਪ੍ਰੋਬਲਮ ਆਉਂਦੀ ਨੇ ਉਹਨਾਂ ਨੂੰ। ਕਿੰਨਾ ਉਹਨੇ ਕਿੰਨਾ ਤਿਆਰੀ ਕੀਤੀ ਹੋ, ਉੱਥੇ ਜਾ ਕੇ ਪ੍ਰੈਸ਼ਰ ਵੀ ਘੱਟ ਜਾਂਦਾ ਹੈਗਾ, ਤਾਂ ਬੰਦਾ ਜਿਹੜਾ ਹਾਰਟ ਬੀਟ ਕੇ ਤੇਜ਼ੀ ਨਾਲ ਕੀ ਮੂਵ ਕਰਨਾ, ਬਹੁਤ ਸਾਰੇ ਪ੍ਰੋਬਲਮ ਆਉਂਦੀ। ਹੋ ਸਕਦਾ ਉੱਥੇ ਕੋਈ ਜਾਨਵਰ ਬੈਠਾ ਹੋਵੇ, ਸਮਝੇ ਗੱਲ, ਜਾਨਵਰਾਂ ਨੂੰ ਕੀ ਮਾਰ ਜਾਵੇ, ਕਿੰਨੇ ਤੇਂਦੂਏ ਵਗੈਰਾ, ਹਿਮ ਤੇਂਦੂਏ ਕਿੱਥੇ ਰਹਿੰਦੇ ਨੇ, ਉੱਥੇ ਰਹਿੰਦੇ ਨੇ, ਤਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਪਰੰਤੂ ਇੱਕ ਦਿਖਾਉਂਦਾ ਵੀ ਸਪੋਰਟਸ ਪਰਸਨ ਕਹਿਣ ਦਾ ਮਤਲਬ ਬੰਦੇ ਨੂੰ। ਤਾਂ ਝਾਰਖੰਡ ਪ੍ਰਿਯੰਕਾ ਮੋਹਿਤੀ ਭਾਰਤ ਦੀ ਪਹਿਲੀ ਔਰਤ ਬਣੀ ਆ ਜੋ 8 ਉੱਚੀਆਂ ਪਹਾੜੀਆਂ ਜਾਣ ਵਾਲੀ ਕੀ ਹੈ ਪਹਿਲੀ ਔਰਤ ਹੈਗੀ ਆ। ਅੱਗੇ ਲਿਖੋ, ਇੱਕ ਸਾਥੀ ਹੋਰ ਨਿਊਜ਼ ਚੱਲ ਰਿਹਾ ਹੈਗਾ, ਕੁਐਸਚਨ ਬਣੂਗਾ ਸਨ ਟੈਂਪਲ। ਸਾਥੀਓ ਜੰਮੂ ਕਸ਼ਮੀਰ ਦੇ ਵਿਚਕਾਰ ਸਾਡਾ ਕਹਿਣ ਦਾ ਮਤਲਬ ਕਿ ਬਹੁਤ ਹੀ ਪੁਰਾਤਨ ਟੈਂਪਲ ਸੀਗਾ ਸਨ ਟੈਂਪਲ, ਜਿਹਨੂੰ ਕਹਿਣ ਦਾ ਮਤਲਬ ਸਮੇਂ ਦੇ ਕਰਕੇ ਤੋੜਤਾ ਗਿਆ ਸੀਗਾ। ਤਾਂ ਰੀਸੈਂਟ ਜਿਹੜਾ ਸਰਕਾਰ ਨੇ ਉਹਨੂੰ ਦੁਬਾਰਾ ਕੀ ਕੀਤਾ ਹੈਗਾ, ਸਟਾਰਟ ਕਰਵਾਇਆ, ਦੁਬਾਰਾ ਸਨ ਟੈਂਪਲ ਨੂੰ ਕੀ ਸਟਾਰਟ ਕਰਵਾਇਆ ਹੈਗਾ। ਸੂਰਜ ਦਾ ਮੰਦਿਰ ਆ ਆਪਣੇ ਨਾ ਭਾਰਤ 'ਚ 2 ਹੀ ਸੂਰਜ ਦੇ ਮੰਦਿਰ ਮਿਲਦੇ ਸੀ, ਇੱਕ ਤਾਂ ਜੰਮੂ ਕਸ਼ਮੀਰ 'ਚ ਮਿਲਦਾ, ਇੱਕ ਸਨ ਟੈਂਪਲ ਕਿੱਥੇ ਹੈਗਾ ਆਪਣਾ ਉੜੀਸਾ ਦੇ ਵਿੱਚ, ਉੜੀਸਾ ਭੁਵਨੇਸ਼ਵਰ। ਇਹ ਤਾਂ ਅੱਜ ਵੀ ਬਹੁਤ ਵੱਡਾ ਟੈਂਪਲ ਆ ਉੜੀਸਾ ਦਾ ਸਨ ਟੈਂਪਲ। ਕਿਹਾ ਜਾਂਦਾ ਕਿ ਸਭ ਤੋਂ ਪਹਿਲਾਂ ਜਿਹੜੀਆਂ ਕਿਰਨਾਂ ਪੈਂਦੀਆਂ ਨੇ ਉਹ ਕਿਤੇ ਪੈਂਦੀਆਂ ਨੇ, ਮੰਦਿਰ 'ਤੇ ਪੈਂਦੀਆਂ ਨੇ। ਤਾਂ ਉਹ ਬਣੀ ਇੱਦਾਂ ਹੋਣਾ, ਅੰਦਰ ਤੁਸੀਂ ਜਾਓਗੇ ਮੰਨ ਲਾ ਜਿਵੇਂ ਨਹੀਂ ਆਪਾਂ ਕੀ ਹੁੰਦੀ ਹੈ, ਮੰਨ ਲਾ ਗੇਟ ਬਣਿਆ ਹੋਇਆ, ਗੇਟ ਦੇ ਵਿਚਕਾਰ ਮੂਰਤੀ ਹੈਗੀ, ਉੱਥੇ ਕੋਈ ਮੂਰਤੀ ਨਹੀਂ ਹੈਗੀ। ਉਹ ਗੇਟ ਹੀ ਇਸ ਤਰੀਕੇ ਨਾਲ ਬਣਿਆ ਹੋਇਆ ਕਿ ਸਭ ਤੋਂ ਪਹਿਲਾਂ ਜਿਹੜੀ ਕਿਰਨਾਂ ਸਣ ਦੀ ਉਹ ਕੀ ਜਾਂ ਮੰਦਿਰ ਵਿੱਚ ਦੀ ਹੋ ਕੇ ਕਿਤੇ ਪੈਂਦੀ ਆ, ਗੇਟ ਤੇ। ਹਾਂ, ਗੇਟ ਤੇ ਪੈ ਕੇ ਮੂਹਰੇ ਕੀ ਕੰਧ ਤੇ ਪੈਂਦੀ ਹੈ। ਤਾਂ ਲੋਕ ਉਹਦੀ ਪੂਜਾ ਕਰਦੇ ਨੇ ਵੀ ਦੇਖੋ ਵੀ ਕਿੱਡੀ ਤਕੜੀ ਕਹਿੰਦੇ ਨਾ ਆਰਕੀਟੈਕਟ ਆਪਣੇ ਭਾਰਤੀਆਂ ਨੇ ਉਸ ਟਾਈਮ ਤੇ ਰਾਜ। ਤੇ ਅੱਜ ਦਾ ਮੰਦਿਰ ਨਹੀਂ, ਘੱਟੋ ਘੱਟ ਨਾਂ ਵਾਲਾ 1200-1400 ਸਾਲ ਪੁਰਾਣਾ ਮੰਦਿਰ ਆਪਣਾ, ਸਮਝੇ ਗੱਲ ਨੂੰ। ਤਾਂ ਉਹ ਤੇ ਜਿਹੜੀ ਕੀ ਲੈਟਾਂ ਮੈਨੇ ਕੋਈ ਮੂਰਤੀ ਨਹੀਂ ਅੰਦਰਲੇ ਪਾਸੇ, ਤਾਂ ਸਣ ਜਾਂਦਾ ਅੰਦਰਲੇ ਪਾਸੇ, ਉਹਦੀਆਂ ਕਿਰਨਾਂ ਦੀ ਜਿਹੜੀ ਕੀ ਲੋਕੀ ਕਰਦੇ ਨੇ ਪੂਜਾ ਕਰਦੇ ਨੇ, ਸਮਝੇ ਗੱਲ ਨੂੰ। ਤਾਂ ਇੱਕ ਐਂ ਮੰਦਿਰ ਸੀਗਾ ਸਨ ਟੈਂਪਲ, ਕਿਹਦੇ ਵਿਚਕਾਰ ਜੰਮੂ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਦੇ ਵਿੱਚ, ਅਨੰਤਨਾਗ ਦੇ ਵਿੱਚ। ਤਾਂ ਇਹਨੂੰ ਦੁਬਾਰਾ ਸਟਾਰਟ ਕਰਵਾਇਆ ਗਿਆ ਭਾਰਤ ਸਰਕਾਰ ਦੁਆਰਾ, ਤਾਂ ਕਰਕੇ ਰੀਸੈਂਟ ਕੇ ਨਿਊਜ਼ ਹੈ, ਸਮਝੇ ਗੱਲ ਨੂੰ। ਪਹਿਲਾਂ ਉਹਨੂੰ ਯੂਜ਼ ਨਹੀਂ ਸੀ ਕਰਦੇ, ਹੁਣ ਦੁਬਾਰਾ ਕਿਹਦੇ ਨਾਲ, ਭੁਵਨੇਸ਼ਵਰ। 2 ਹੀ ਮੰਦਿਰ ਨੇ ਸਨ। ਅਨੰਤਨਾਗ ਸ਼ਹਿਰ ਹੈਗਾ ਜੰਮੂ ਕਸ਼ਮੀਰ ਦੇ ਵਿੱਚ, ਤਾਂ ਉੱਥੇ ਸਾਨੂੰ ਦੈਟ ਇਜ਼ ਕਿ ਸਨ ਟੈਂਪਲ ਕੇ ਦੁਬਾਰਾ ਸਟਾਰਟ ਕਰਵਾਇਆ ਅਨੰਤਨਾਗ। ਗੁੱਡ, ਅੱਗੇ ਚੱਲ ਸਾਥੀਓ। ਰੀਸੈਂਟ 'ਚ ਕੁਝ ਆਪਾਂ ਮਿਲਟਰੀ ਐਕਸਰਸਾਈਜ਼ਾਂ ਕੀਤੀਆਂ ਨੇ ਭਾਰਤ ਵਾਲਿਆਂ ਨੇ ਅਲੱਗ-ਅਲੱਗ ਦੇਸ਼ਾਂ ਨਾਲ। ਬਹੁਤ ਹੀ ਇੰਪੋਰਟੈਂਟ ਕੁਐਸਚਨ ਬਣਦਾ ਪੇਪਰ 'ਚ, ਜੇ ਪੁੱਛਿਆ ਜਾਂਦਾ ਕਿਹੜੀਆਂ ਐਕਸਰਸਾਈਜ਼ਾਂ ਭਾਰਤ ਦੀਆਂ ਹੋਈਆਂ ਨੇ। ਇੱਕ ਤਾਂ ਹੋਈ ਹੈਗੀ ਖੰਜਰ ਐਕਸਰਸਾਈਜ਼। ਕੁਐਸਚਨ ਆਊਗਾ ਕਿ ਖੰਜਰ ਐਕਸਰਸਾਈਜ਼ ਰੀਸੈਂਟ 'ਚ ਕਿਹੜੇ 2 ਦੇਸ਼ਾਂ ਦੇ ਵਿੱਚ ਹੋਈ ਆ। ਤਾਂ ਮਿਲਟਰੀ ਹਮੇਸ਼ਾ ਐਕਸਰਸਾਈਜ਼ ਕਰਦੀ ਆ, ਇਹ ਹੋਈ ਆ ਇੰਡੀਆ, ਭਾਰਤ ਅਤੇ ਕਿਰਗਿਸਤਾਨ ਦੇ ਵਿੱਚ। ਕਿਰਗਿਸਤਾਨ ਅਤੇ ਭਾਰਤ ਹਰ ਸਾਲ ਇੱਕ ਐਕਸਰਸਾਈਜ਼ ਕਰਦੇ ਨੇ ਖੰਜਰ, ਸਮਝੇ, ਜਿਸ 'ਚ ਭਾਰਤ ਦੇ ਫੌਜੀ ਅਤੇ ਕਿਰਗਿਸਤਾਨ ਦੇ ਫੌਜੀ ਇਕੱਠਿਆਂ ਦੈਟ ਇਜ਼ ਕੀ ਕਰਦੇ ਨੇ, ਕੰਮ ਕਰਦੇ ਨੇ, ਤਾਂ ਕਿ ਉਹਨਾਂ ਨੂੰ ਕੀ ਸਿੱਖਣ ਨੂੰ ਮਿਲੇ ਵੀ ਕਿਸ ਤਰੀਕੇ ਦੀ ਟੈਕਟਿਕਸ ਕਰਨੀ ਹੈ। ਖੰਜਰ ਹੋ ਕੇ ਹਟੀ ਆ। ਬਹੁਤ ਫੇਮਸ ਆ ਦੂਜੀ ਬਰੋਨ ਐਕਸਰਸਾਈਜ਼, ਬਹੁਤ ਪੇਪਰਾਂ 'ਚ ਆਈ ਸੀ। ਬਰੋਨ ਐਕਸਰਸਾਈਜ਼ ਭਾਰਤ ਦੇ ਫੌਜੀ ਅਤੇ ਫਰਾਂਸ ਦੇ ਫੌਜੀ ਸਾਥੀਓ ਇਕੱਠੇ ਮਿਲ ਕੇ ਕਰਦੇ। ਤਾਂ ਜਿਹੜਾ ਭਾਰਤੀ ਕੋਈ ਫੌਜੀ ਜਾਂਦਾ ਬਹੁਤ ਵਧੀਆ ਕੰਮ ਕਰਦਾ, ਤਾਂ ਉਹਨੂੰ ਭੇਜਦੇ ਨੇ। ਉਹ 1 ਸਾਲ ਇਹ ਕਿੱਥੇ ਹੁੰਦੀ ਹੈ, ਇੰਡੀਆ 'ਚ ਹੁੰਦੀ ਆ, 1 ਸਾਲ ਕਿੱਥੇ ਹੁੰਦੀ ਹੈ, ਫਰਾਂਸ 'ਚ। 1 ਸਾਲ ਇੰਡੀਆ 'ਚ, 1 ਸਾਲ ਕਿੱਥੇ, ਉਹ ਕਿਰਗਿਸਤਾਨ। ਤਾਂ ਜਿਹੜਾ ਫੌਜੀ ਨੇ ਬਹੁਤ ਵਧੀਆ ਕੰਮ ਕਰੂਗਾ ਉਹਨੂੰ ਭੇਜਦੇ ਨੇ, ਬਈ ਤੂੰ ਜਾ ਭਾਈ। ਤਾਂ ਫਰਾਂਸ 'ਚ ਬਹੁਤ ਸਾਰੇ ਭਾਰਤੀ ਫੌਜੀ ਜਾਂਦੇ ਨੇ, ਕਿਰਗਿਸਤਾਨ 'ਚ ਜਾਂਦੇ ਨੇ, ਅਮਰੀਕਾ 'ਚ ਜਾਂਦੇ ਨੇ। ਦੂਜੀ ਕਿਹੜੀ, ਬਰੋਨ, ਭਾਰਤ ਤੇ ਫਰਾਂਸ ਦੇ ਵਿੱਚ। ਭਾਰਤ ਤੇ ਫਰਾਂਸ ਕਿਹੜੀ ਹੁੰਦੀ ਹੈ, ਬਰੋਨ। ਕਿਰਗਿਸਤਾਨ ਇੰਡੀਆ ਤੇ ਕਿਰਗਿਸਤਾਨ 'ਚ ਕਿਹੜੀ ਹੁੰਦੀ ਹੈਗੀ, ਖੰਜਰ। ਇੰਡੀਆ ਤੇ ਫਰਾਂਸ ਦੇਸ਼ ਹੈ, ਦੇਸ਼ ਆ ਆਪਣੇ ਭਾਰਤ ਦੇ ਉੱਪਰਲੇ ਪਾਸੇ, ਪਾਕਿਸਤਾਨ ਤੋਂ ਉੱਪਰਲੇ ਪਾਸੇ ਕਜ਼ਾਕਿਸਤਾਨ, ਉਹਦੇ ਨਾਲ ਕਿਵੇਂ ਕਿਰਗਿਸਤਾਨ ਦੇਸ਼। ਖੰਜਰ ਇੰਡੀਆ ਤੇ ਫਰਾਂਸ 'ਚ ਕਿਹੜੀ ਹੁੰਦੀ ਹੈ, ਬਰੋਨ। ਇੱਕ ਯਾਦ ਰੱਖਿਓ, ਸਾਡੀ ਦੈਟ ਇਜ਼ ਕੀ ਆ, ਚਾਈਨਾ ਨਾਲ ਕਿਹੜੀ ਹੁੰਦੀ ਆ, ਚਾਈਨਾ ਨਾਲ ਭਾਰਤ ਦੀ ਹੁੰਦੀ ਹੈ ਹੈਂਡ ਇਨ ਹੈਂਡ। ਚਾਈਨਾ ਦੇ ਨਾਲ ਹੁੰਦੀ ਹੈ ਹੈਂਡ ਇਨ। ਗੁੱਡ ਸਰ, ਆਹ ਵਾਲਾ ਕੁਐਸਚਨ ਬਹੁਤ ਇੰਪੋਰਟੈਂਟ ਹੈ, ਪੇਪਰ 'ਚ ਪੱਕਾ ਪੁੱਛਿਆ ਜਾਊਗਾ।
ਰੀਸੈਂਟ ਦੇ ਵਿੱਚ ਜਿਵੇਂ 2022 ਦੇ ਵਿੱਚ ਬੀਜ਼ਿੰਗ 올림픽ਸ ਹੋ ਕੇ ਹਟੇ ਨੇ ਨਾ, ਹੁਣੇ ਦੱਸ ਕੇ ਹਟਿਆ ਮੈਂ, ਬੀਜ਼ਿੰਗ 올림픽ਸ ਹੋ ਕੇ ਹਟੇ ਨੇ। ਕਿਹੜੇ 올림픽ਸ ਨੇ ਇਹ? ਵਿੰਟਰ 올림픽ਸ ਨੇ। ਉਵੇਂ ਸਾਥੀਓ 2022 ਦੇ ਵਿੱਚ ਕਿਹੜੀਆਂ ਗੇਮਾਂ ਹੋ ਰਹੀਆਂ ਨੇ? ਏਸ਼ੀਅਨ ਗੇਮਾਂ ਵੀ ਹੋ ਰਹੀਆਂ ਨੇ। ਏਸ਼ੀਅਨ ਗੇਮਸ ਹੋ ਰਹੀਆਂ ਨੇ ਜੋ ਹੋਣਗੀਆਂ ਸਤੰਬਰ ਦੇ ਵਿੱਚ। ਸਤੰਬਰ ਦੇ ਵਿੱਚ ਕੀ ਹੋ ਰਹੀਆਂ ਨੇ? ਏਸ਼ੀਅਨ ਗੇਮਾਂ ਹੋ ਰਹੀਆਂ। ਤਿੰਨ ਹੀ ਵੱਡੀਆਂ ਗੇਮਾਂ ਹੁੰਦੀਆਂ ਨੇ 올림픽ਸ ਦੀਆਂ ਆਪਣੇ ਵਾਸਤੇ। ਸਭ ਤੋਂ ਛੋਟਾ ਹੁੰਦਾ ਕਾਮਨਵੈਲਥ ਗੇਮ, ਜਿਹੜਾ ਬੰਦਾ ਕਾਮਨਵੈਲਥ ਗੇਮ ਜਿੱਤਦਾ ਉਹਨੂੰ ਅੱਗੇ ਲੈ ਕੇ ਜਾਂਦੇ ਨੇ ਏਸ਼ੀਅਨ ਗੇਮਾਂ ਦੇ ਵਿੱਚ। ਜਿਹੜਾ ਬੰਦਾ ਏਸ਼ੀਅਨ ਗੇਮ ਜਿੱਤੂਗਾ ਉਹਨੂੰ ਲੈ ਕੇ ਜਾਣਗੇ 올림픽ਸ ਦੇ ਵਿੱਚ। ਤਾਂ ਐਂ ਸਾਥੀਓ ਪੌੜੀ ਬਣਦੀ ਆ, ਏਸ਼ੀਅਨ ਜਿੱਤਣ ਵਾਲਾ ਕੀ ਜਾਊਗਾ 올림픽ਸ ਦੇ ਵਿੱਚ ਕਰ ਜਾਊਗਾ। ਸਮਝੇ ਗੱਲ ਨੂੰ? ਕਾਮਨਵੈਲਥ ਗੇਮਾਂ ਵੀ 4 ਸਾਲ ਬਾਅਦ ਹੁੰਦੀਆਂ ਨੇ, ਏਸ਼ੀਅਨ ਗੇਮਾਂ ਵੀ 4 ਸਾਲ ਬਾਅਦ ਹੁੰਦੀਆਂ ਨੇ, ਤੇ 올림픽ਸ ਗੇਮਾਂ ਵੀ ਕਿੰਨੇ ਸਾਲ ਬਾਅਦ ਹੁੰਦੀਆਂ ਨੇ? 4 ਸਾਲ। 2018 ਦੇ ਵਿੱਚ ਲਾਸਟ ਕੀ ਹੋਈਆਂ ਸੀਗੀਆਂ? ਏਸ਼ੀਅਨ ਗੇਮਾਂ ਹੋਈਆਂ ਸੀਗੀਆਂ। ਹੁਣ 4 ਸਾਲ ਬਾਅਦ 2022 ਦੇ ਵਿੱਚ ਦੁਬਾਰਾ ਕੀ ਨੇ? ਏਸ਼ੀਅਨ ਗੇਮਾਂ ਹੋ ਰਹੀਆਂ ਨੇ। ਪੱਕਾ ਕੁਐਸਚਨ ਬਣੋ ਪੇਪਰ 'ਚ ਵੀ ਇਸ ਸਾਲ ਦੀਆਂ ਏਸ਼ੀਅਨ ਗੇਮਾਂ ਕਿੱਥੇ ਹੋ ਰਹੀਆਂ ਨੇ ਸਾਥੀਓ? ਇਸ ਸਾਲ ਦੀਆਂ ਏਸ਼ੀਅਨ ਗੇਮਾਂ ਚਾਈਨਾ ਦੇ ਸ਼ਹਿਰ ਹਾਂਗਜ਼ਾਓ, ਪਹਿਲਾਂ ਬੀਜ਼ਿੰਗ ਸੀਗਾ, ਹੁਣ ਹੈਗਾ ਹਾਂਗਜ਼ਾਓ। ਚਾਈਨਾ ਦੇ ਸ਼ਹਿਰ ਹਾਂਗਜ਼ਾਓ ਦੇ ਵਿੱਚ 2022 ਦੀਆਂ ਏਸ਼ੀਅਨ ਗੇਮਾਂ ਹੋ ਰਹੀਆਂ। ਕੁਐਸਚਨ ਵੀ ਕਿੰਨੀਆਂ ਏਸ਼ੀਅਨ ਗੇਮਾਂ ਨੇ ਸਾਥੀਓ? 19ਵੀਆਂ 19th ਏਸ਼ੀਅਨ ਗੇਮਾਂ ਇਸ ਸਾਲ ਕੀ ਆ? 19ਵੀਆਂ ਏਸ਼ੀਅਨ ਗੇਮਾਂ ਨੇ ਜਿਹੜੀਆਂ ਕਿ ਹੋ ਰਹੀਆਂ ਨੇ ਹਾਂਗਜ਼ਾਓ ਚਾਈਨਾ ਦੇ ਵਿੱਚ। ਹਰ 4 ਸਾਲ ਬਾਅਦ ਏਸ਼ੀਅਨ ਗੇਮਾਂ ਹੁੰਦੀਆਂ ਨੇ। ਲਾਸਟ ਵਾਲੀਆਂ ਏਸ਼ੀਅਨ ਗੇਮਾਂ 2018 ਦੇ ਵਿੱਚ ਹੋਈਆਂ ਸੀ। ਆਹ 5 ਗੱਲਾਂ ਤੁਹਾਨੂੰ ਪੇਪਰ ਵਿੱਚ ਕਰ ਪੁੱਛੀਆਂ, ਇਹਨਾਂ 'ਚ ਕੋਈ ਮਰਜ਼ੀ ਕੁਐਸਚਨ ਤੁਹਾਨੂੰ ਬਣ ਸਕਦਾ। ਹਾਂਜੀ ਹਾਂ ਬੋਲੋ। ਚਾਈਨਾ ਦੇ ਵਿੱਚ ਹੀ ਸ਼ਹਿਰ ਹੈ? ਹਾਂ ਸ਼ਹਿਰ ਹੈ ਚਾਈਨਾ ਦਾ, ਚਾਈਨਾ ਦੇ ਵਿੱਚ ਸ਼ਹਿਰ ਨੇ ਹਾਂਗਜ਼ਾਓ। ਬੇਟਾ ਗੱਲ ਕਾਮਨਵੈਲਥ ਨਹੀਂ ਹੋ ਰਹੀ ਨਾ, ਹਜੇ ਨਹੀਂ ਹੋ ਰਹੀ ਕਾਮਨਵੈਲਥ ਗੇਮ ਨਾ, ਕਿਉਂਕਿ ਅਸਲ ਵਿੱਚ ਇਹ 'ਚ ਵੀ ਗੈਪ ਹੁੰਦਾ ਨਾ। ਜਿਵੇਂ 올림픽 ਗੇਮਾਂ 2020 'ਚ ਪਹਿਲਾਂ 2016 'ਚ ਹੋਈਆਂ ਸੀਗੀਆਂ, ਫਿਰ ਹੋਈਆਂ ਸੀ 2020 'ਚ, ਪਰੰਤੂ ਕਰੋਨਾ ਕਰਕੇ ਉਹ 20 'ਚ ਹੋ ਨਹੀਂ ਪਾਈਆਂ, ਤਾਂ ਕਰਕੇ ਉਹ ਕੀ 'ਚ ਭੱਜ ਗਈਆਂ। ਹੁਣ 2021 ਦੇ ਵਿੱਚ ਹੋਈਆਂ, ਕਹਿਣਾ ਮਤਲਬ ਟੋਕੀਓ ਦੇ ਵਿੱਚ ਕਰ। ਤਾਂ ਇਹ ਹੁਣ ਇਹ ਗੈਪ ਜਿਹਾ ਪੈ ਗਿਆ ਇਹਨਾਂ ਦਾ। ਪਹਿਲਾਂ ਇਹ 2-2 ਸਾਲਾਂ ਬਾਅਦ ਗੈਪ ਨਾਲ ਹੁੰਦੀਆਂ ਨੇ ਗੇਮਾਂ ਇਹਨਾਂ ਮਤਲਬ। ਹੁਣ ਥੋੜ੍ਹਾ ਚੇਂਜ ਜਿਹਾ ਹੋ ਗਿਆ, ਤਾਂ ਹੁਣ ਸੋਚ ਰਹੇ ਨੇ ਵੀ ਦੁਬਾਰਾ ਇਹਨੂੰ ਕੋਈ ਸੈੱਟ ਕੀਤਾ ਜਾਵੇ, ਕਿਉਂਕਿ ਇੱਕ ਪਲੇਅਰ ਨੂੰ 2 ਸਾਲ ਚਾਹੀਦੇ ਨੇ। ਜਿਹੜਾ ਹੁਣ ਏਸ਼ੀਅਨ ਜਿੱਤੂਗਾ ਇਹਦਾ ਮਤਲਬ 올림픽 'ਚ ਤਾਂ ਵਗ ਗਿਆ ਨਾ ਨਾਲ। ਹੁਣ ਏਸ਼ੀਅਨ 'ਚ ਇਕੱਲੇ ਏਸ਼ੀਆ ਦੇ ਪਲੇਅਰ ਖੇਡਦੇ ਨੇ। ਏਸ਼ੀਆ 'ਚ ਕਿੰਨੇ ਪਲੇਅਰ ਨੇ? ਅਰਾਊਂਡ 60 ਦੇਸ਼ ਨੇ। 60 ਦੇਸ਼ਾਂ 'ਚ ਕਿੱਥੇ ਕੰਪੀਟੀਸ਼ਨ ਆ? ਵਰਲਡ 'ਚ ਅਰਾਊਂਡ ਕਿੰਨੇ ਦੇਸ਼ ਨੇ? 194 ਦੇਸ਼ ਨੇ। 194 ਦੇਸ਼ਾਂ 'ਚ ਕਿਤੇ ਖੇਡਣਾ ਉਹਨਾਂ ਨੇ। ਤਾਂ ਉਹਨੂੰ 2 ਸਾਲ ਚਾਹੀਦੇ ਨੇ ਤਾਂ ਕਿ ਉਹ ਕੀ ਆ ਆਪਣੀ ਤਿਆਰੀ ਕਰ ਸਕੇ ਵਧੀਆ ਤਰੀਕੇ ਨਾਲ, ਤਾਂ ਕਿ ਉਹ ਕੀ 올림픽 ਜਿੱਤ ਸਕੇ। ਤਾਂ ਹੁਣ ਗੈਪ ਘੱਟ ਰਿਹਾ, ਤਾਂ ਸਰਕਾਰਾਂ ਸੋਚੀ ਜਾਂਦੀਆਂ ਨੇ ਵੀ ਕੀ ਕੀਤਾ ਜਾਵੇ ਤਾਂ ਕਿ ਅਸੀਂ ਉਹ ਗੈਪ ਨੂੰ ਬਰਕਰਾਰ ਰੱਖੇ। 2 ਸਾਲ ਦਾ ਗੈਪ ਤਾਂ ਬੰਦੇ ਨੂੰ ਦੇ ਹੀ ਦੇਈ ਜਾਂਦੀ। ਸਮਝੇ ਗੱਲ ਨੂੰ? ਤਾਂ ਕਰਕੇ ਪ੍ਰੋਬਲਮ ਚੱਲ ਰਹੀਆਂ। ਅੱਗੇ ਚੱਲਦੇ ਹਾਂ ਸਾਥੀਓ। ਇੱਦਾਂ ਹੀ ਜਿਵੇਂ ਏਸ਼ੀਅਨ ਗੇਮਾਂ ਨਿਊਜ਼ ਸੀਗੀਆਂ, ਤਾਂ ਉਵੇਂ ਇੱਕ ਹੋਰ ਧਿਆਨ ਰੱਖੋ, ਮੈਂ ਤੁਹਾਨੂੰ ਦੱਸਿਆ ਵੀ ਸੀਗਾ ਕਿ ਇੱਕ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਸਾਥੀਓ ਭਾਰਤ ਹੁਣ ਚੱਲ ਰਹੀਆਂ ਨੇ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਭਾਰਤ ਚੱਲ ਰਹੀਆਂ ਨੇ, ਜਿੱਥੇ ਯੂਨੀਵਰਸਿਟੀ ਲੈਵਲ ਦੇ ਪਲੇਅਰ ਕੀ ਹੈ ਪਾਰਟੀਸਪੇਟ ਕਰਦੇ ਨੇ। ਕੁਐਸਚਨ ਆਊਗਾ ਵੀ ਕਿੱਥੇ ਚੱਲ ਰਹੀਆਂ ਨੇ, ਦੱਸਿਆ ਤੁਹਾਨੂੰ ਮੈਂ। ਨਾਓ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਕਿੱਥੇ ਚੱਲ ਰਹੀਆਂ ਨੇ? ਜੇ ਤੁਸੀਂ ਕੱਲ ਨਿਊਜ਼ ਸੁਣੀ ਹੋਵੇ, ਕੱਲ ਬਠਿੰਡਾ ਦੀ ਕੁੜੀ, ਕੱਲ ਨੂੰ ਤੁਹਾਡੇ ਵਾਸਤੇ ਹੋਮਵਰਕ ਲੱਭ ਕੇ ਲੈ ਕੇ ਆਉਣਾ। ਬਠਿੰਡਾ ਦੀ ਕੁੜੀ ਇਹਦੇ ਵਿੱਚੋਂ 골ਡ ਮੈਡਲ ਲੈ ਕੇ ਆਈ ਆ, ਜਿਹੜੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਚੱਲ ਰਹੀਆਂ। ਕੱਲ ਲੈ ਕੇ ਆਈ ਆ, ਹਜੇ ਨਾਂ ਦੱਸਣਾ ਨਹੀਂਗਾ। ਕੱਲ ਨੂੰ ਪੁੱਛੂੰਗਾ ਵੀ ਇਹ ਕੁੜੀ ਦਾ ਕੀ ਨਾਂ ਸੀਗਾ, ਜਿਹੜੀ ਬਠਿੰਡੇ ਦੀ ਕੁੜੀ ਇਹ ਗੇਮ 'ਚ ਕਿ 골ਡ ਮੈਡਲ ਜਿੱਤ ਕੇ ਲੈ ਕੇ ਆਈ। ਮੈਨੂੰ 2 ਗੱਲ ਦਾ ਆਨਸਰ ਦੇਣਾ, ਕੁੜੀ ਦਾ ਨਾਮ ਤੇ ਕਿਹੜੀ ਗੇਮ ਆ ਜਿਹਦੇ ਵਿੱਚੋਂ 골ਡ ਮੈਡਲ ਲੈ ਕੇ ਆਈ। ਲੱਭ ਕੇ ਲੈ ਕੇ ਆਉਣਾ, ਨਹੀਂ ਡੰਡ ਲਵਾਉਂਗਾ। ਸਮਝੇ ਗੱਲ ਨੂੰ? ਪਹਿਲਾਂ ਦੱਸ ਦਿੰਦਾ ਆਹ ਦੋਵੇਂ ਕੁਐਸਚਨ ਆਨਸਰ ਲੱਭ ਕੇ ਲੈ ਕੇ ਨਾ 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 ਇਹ ਮੈਨੂੰ ਦੇਖ ਸੋਚਦਾ ਮੈਂ। ਚੱਲ ਕੋਈ ਨਹੀਂ, ਹਾਂ ਕੋਈ ਨਹੀਂ, ਲੱਭ ਕੇ ਲੈ ਕੇ ਕੋਈ ਨਹੀਂ ਰਾਜਨਾਪਾ। ਤਾਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਸਾਥੀਓ ਭਾਰਤ 'ਚ ਕਿੱਥੇ ਹੋ ਰਹੀਆਂ ਨੇ? ਇਹ ਹੋ ਰਹੀਆਂ ਨੇ ਬੰਗਲੌਰ ਦੇ ਵਿੱਚ। ਤੇ ਬੰਗਲੌਰ ਕਿਹਦੇ ਵਿੱਚ ਆ? ਕਰਨਾਟਕ। ਧਿਆਨ ਰੱਖਣਾ, ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਕਿੱਥੇ ਹੋ ਰਹੀਆਂ ਨੇ? ਬੰਗਲੌਰ ਦੇ ਵਿੱਚ ਹੋ ਰਹੀਆਂ ਨੇ। ਕੋਈ ਨਹੀਂ, ਹਾਂ ਬੰਗਲੌਰ ਦੇ ਵਿੱਚ। ਅੱਗੇ ਚੱਲਦੇ ਹਾਂ, ਅੱਗੇ ਚੱਲਦੇ ਸਾਥੀਓ। ਇੱਕ ਦੇਸ਼ ਨੇ ਨਾ ਨਵਾਂ ਸਕੀਮ ਸਿਸਟਮ ਲਾਂਚ ਕੀਤਾ, ਬਹੁਤ ਵਧੀਆ ਕੁਐਸਚਨ ਆ ਇਹ।
ਨਾਮ ਹੋਊਗਾ ਗੋਲਡਨ ਪਾਸਪੋਰਟ, ਗੋਲਡਨ ਪਾਸਪੋਰਟ ਸਕੀਮ ਜਾਂ ਸਿਸਟਮ ਕਹਿ ਲਓ। ਗੋਲਡਨ ਪਾਸਪੋਰਟ ਸਿਸਟਮ ਕੀ ਆ? ਉਹ ਕਹਿੰਦੇ ਵੀ ਜੇਕਰ ਕੋਈ ਮਰਜ਼ੀ ਬੰਦਾ, ਮੰਨ ਲਓ ਤੁਸੀਂ ਤੁਸੀਂ ਬਹੁਤ ਵੱਡੇ ਵਪਾਰੀ ਹੋ, ਤੁਸੀਂ ਆਓ ਦੇਸ਼ ਜਾ ਕੇ ਜਿਹਨੇ ਸਕੀਮ ਲਾਂਚ ਕੀਤੀ ਆ ਉੱਥੇ $1 ਮਿਲੀਅਨ, $1 ਮਿਲੀਅਨ ਕਿੰਨਾ ਹੋ ਗਿਆ? 1 ਮਿਲੀਅਨ ਹੁੰਦਾ 10 ਲੱਖ ਡਾਲਰ ਦਾ ਰੇਟ ਚੱਲ ਰਿਹਾ ਹੈਗਾ ਇੱਕ ਤਰੀਕੇ ਨਾਲ 70 ਰੁਪਏ ਨਾਲ। 70 ਗੁਣਾ 10 ਕਿੰਨਾ ਹੋ ਗਿਆ? 700 ਲੱਖ। 700 ਲੱਖ ਸਮਝ ਗਏ ਨਾ? ਬਸ ਇੰਨਾ ਜਿਹੜਾ ਖਰਚਾ ਕਰੂਗਾ ਅਸੀਂ ਉਹਨੂੰ ਆਪਣੇ ਦੇਸ਼ ਦਾ ਕੀ ਦੇ ਦਿਆਂਗੇ? ਵੀਜ਼ਾ ਦੇ ਦਿਆਂਗੇ। ਹੁਣ ਕੁਝ ਕਰਨ ਦੀ ਲੋੜ ਨਹੀਂ। ਜਿਹੜਾ ਬੰਦਾ ਇੰਨੇ ਰੁਪਏ ਸਾਡੇ ਦੇਸ਼ 'ਚ ਆ ਕੇ ਇਨਵੈਸਟ ਕਰੂਗਾ, ਸਾਡੇ ਕੋਈ ਫੈਕਟਰੀ ਲਾ ਲੇ, ਸਾਡੇ ਕੋਈ ਕੰਮ ਚਲਾ ਲੇ, ਕੋਈ ਮਰਜ਼ੀ ਦੇਸ਼ ਦਾ ਹੋਵੇ, ਉਹ ਜੇਕਰ ਇੰਨਾ ਰੁਪਈਆ ਸਾਡੇ ਦੇਸ਼ 'ਚ ਕੀ ਆ ਕੇ ਲਾਊਗਾ, ਉਹਨੂੰ ਅਸੀਂ ਨਾਲ ਦੇ ਨਾਲ ਉਹਦਾ ਕੀ ਬਣਾ ਦੇਵਾਂਗੇ? ਸਿਟੀਜ਼ਨ ਬਣਾ ਦੇਵਾਂਗੇ। ਇੱਕ ਨਵੀਂ ਸਕੀਮ ਹੈ ਇਹ ਜੀ। ਤਾਂ ਕੁਐਸਚਨ ਕਿਹੜੇ ਦੇਸ਼ ਨੇ ਲਾਗੂ ਕੀਤੀ ਆ? ਸਾਥੀਓ ਯੂਰਪ ਦਾ ਇੱਕ ਦੇਸ਼ ਆ ਜਿਹਦਾ ਨਾਮ ਹੈਗਾ ਬਲਗੇਰੀਆ। ਯੂਰਪੀਅਨ ਕੰਟਰੀ ਹੈਗੀ ਬਲਗੇਰੀਆ। ਬਲਗੇਰੀਆ ਦੁਆਰਾ ਇਹ ਸਿਸਟਮ ਕੀ ਲਾਂਚ ਕੀਤਾ ਹੈ। ਕਾਫੀ ਰਿਚ ਕੰਟਰੀ ਹੈ, ਵਧੀਆ ਕੰਟਰੀ ਹੈ। ਜੇ ਕਿਸੇ ਮੁੰਡੇ ਨੇ ਜਾਣਾ ਹੋਇਆ ਤਾਂ ਉਹਨੂੰ ਕਹਿ ਦਿਓ ਵੀ ਬਈ ਜੇ ਨਹੀਂ ਨਿਕਲਦਾ ਆਇਲਸ ਦਾ ਐਗਜ਼ਾਮ ਤਾਂ ਤੂੰ ਐਂ ਜਾ ਸਕਦਾ, ਕੋਈ ਦਿੱਕਤ ਵਾਲੀ ਗੱਲ ਸਮਝੇ ਗੱਲ। ਤਾਂ ਰੁਪਈਆ ਲਾ ਦੇ 700 ਲੱਖ ਰੁਪਈਆ, ਕੋਈ ਚੱਕਰ ਵਾਲੀ ਗੱਲ ਨਹੀਂ। ਫੈਕਟਰੀ ਖੋਲ੍ਹਦਾ ਜਾ ਕੇ ਉੱਤੇ ਬੰਦੇ ਰੱਖੀਆਂ ਆਦੇ, ਇਹਨੂੰ ਨਾਲ ਦੀ ਨਾਲ ਕਿ ਯੂਰਪੀਅਨ ਕੰਟਰੀ ਦਾ ਕੀ ਦਿੱਤਾ ਜਾਊਗਾ? ਵੀਜ਼ਾ ਦੇ ਦਿੱਤਾ ਜਾਊਗਾ। ਗੋਲਡਨ ਪਾਸਪੋਰਟ ਦਾ ਕੀ ਕਮਾਊਗਾ ਵੀ ਨਵਾਂ ਗੋਲਡਨ ਓਪਰਚੁਨਿਟੀ। ਗੋਲਡਨ ਓਪਰਚੁਨਿਟੀ ਪਰ ਹੁਣ ਤਾਂ ਦਿੰਦੇ ਨਹੀਂ, ਕਹਿਣਾ ਮਤਲਬ ਯੂਰਪੀਅਨ ਕੰਟਰੀ ਦਾ। ਪਰ ਉੱਥੋਂ ਨਾ ਤਾਂ ਨਹੀਂ ਰੁਪਈਆ ਦੇਊਗਾ, ਉੱਥੇ ਫੈਕਟਰੀ ਲਾਊਗਾ ਜਾ ਕੇ, ਕਮਾਊਗਾ ਰੁਪਈਏ ਕਮਾਊਗਾ। ਬਥੇਰੇ ਵੱਡੇ ਵੱਡੇ ਬੰਦੇ ਆਪਣੇ ਭਾਰਤ 'ਚ ਬੈਠੇ ਨੇ, ਅਗਲਾ ਕਹਿੰਦਾ ਰੁਪਈਆ ਮੇਰੇ ਕੋਲ ਇਹ ਕੰਮ ਨਹੀਂ ਚੱਲਦਾ ਯਾਰ, ਉਹ ਕਹਿਣਗੇ ਵੀ ਆਊਗਾ ਸਾਡੇ ਕੋਲ ਬਲਗੇਰੀਆ ਜਾ ਕੇ, ਅਸੀਂ ਜ਼ਮੀਨ ਦੇਵਾਂਗੇ, ਸਾਰਾ ਕੁਝ ਦੇਵਾਂਗੇ, ਫੈਕਟਰੀ ਲਾਓ ਸਾਡੇ ਦੇਸ਼ ਦੇ ਵਿੱਚ। ਟਾਈਮ ਸਿਸਟਮ ਚੱਲਦਾ। ਆਪਣੇ ਵੀ ਚੱਲਦਾ ਸਿਸਟਮ ਹੀ, ਪਰ ਆਪਣੇ ਨਾਲ ਵੀਜ਼ਾ ਨਹੀਂ ਦਿੰਦੇ। ਆਪਣੇ ਸਿਸਟਮ ਚੱਲਦਾ ਯਾਦ ਰੱਖਣਾ। ਇੱਕ ਦੇਸ਼ ਆ, ਇੱਕ ਆਪਣੀ ਸਕੀਮ ਆ ਗਿਫਟ ਸਿਸਟਮ, ਭਾਰਤ ਦਾ ਹੈ। ਗਿਫਟ ਸਿਸਟਮ ਹੈ ਭਾਰਤ ਦੇ ਵਿਚਕਾਰ ਗੁਜਰਾਤ ਦੇ ਵਿੱਚ ਆ। ਗੁਜਰਾਤ ਦੇ ਵਿੱਚ ਗਾਂਧੀ ਨਗਰ ਦੇ ਕੋਲ ਨੇ ਇੱਕ ਇਲਾਕਾ ਐ ਬਾਉਂਡਰੀ ਮਾਰਤੀ ਗਾਂਧੀ ਨਗਰ ਭਾਰਤ ਵਾਲੇ, ਉਹਦਾ ਨਾਮ ਦਿੱਤਾ ਉਹਨੂੰ ਗਿਫਟ ਸਿਟੀ। ਸੁਣਨ ਵਾਲੀ ਗੱਲ ਆ, ਵਧੀਆ ਕੰਮ ਦੀ ਗੱਲ ਆ, ਬਹੁਤ ਲੋਕਾਂ ਨੇ ਕੁਐਸਚਨ ਆਇਆ ਗਿਫਟ ਸਿਟੀ। ਭਾਰਤ ਵਾਲੇ ਨੇ ਕਿਹਾ ਵੀ ਭਾਈ ਜਿਹੜਾ ਬੰਦਾ ਇੱਥੇ ਫੈਕਟਰੀ ਲਾਓ, ਤੁਹਾਨੂੰ ਪਹਿਲੇ 5 ਸਾਲ ਸਾਨੂੰ ਕੋਈ ਟੈਕਸ ਦੇਣ ਦੀ ਲੋੜ ਨਹੀਂ, ਸਾਨੂੰ ਕੋਈ ਟੈਕਸ ਦੇਣਾ, ਜਿੰਨਾ ਮਰਜ਼ੀ ਕੰਮ ਕਰੋ, ਚਾਹੇ ਵੱਡੀ ਫੈਕਟਰੀ ਲਾਓ, ਛੋਟੀ ਫੈਕਟਰੀ ਲਾਓ, ਕੁਝ ਮਰਜ਼ੀ ਕਰੋ। ਬਾਹਰਲੇ ਦੇਸ਼ਾਂ ਵਾਸਤੇ ਆ, ਤਾਂ ਕੋਈ ਫੇਸਬੁੱਕ ਦੀ ਕੰਪਨੀ ਜਾਂ ਕੋਈ ਗੂਗਲ ਕੰਪਨੀ ਜਾਂ ਕੋਈ ਮਾਈਕਰੋਸਾਫਟ ਕੰਪਨੀ ਇੱਥੇ ਫੈਕਟਰੀ ਲਾਊਗੀ, ਇੱਥੇ ਆਪਦਾ ਇੰਸਟੀਚਿਊਟ ਬਣਾਊਗੀ, ਸਾਨੂੰ 5 ਸਾਲ ਜਿੰਨਾ ਮਰਜ਼ੀ ਕੰਮ ਕਰੇ, ਸਾਨੂੰ ਕੋਈ ਟੈਕਸ ਦੇਣ ਦੀ ਲੋੜ ਨਹੀਂ। ਅਸੀਂ ਸਸਤੇ ਰੇਟ 'ਤੇ ਤੁਹਾਨੂੰ ਇੱਥੇ ਕੀ ਉਪਲਬਧ ਕਰਾਵਾਂਗੇ, ਜ਼ਮੀਨਾਂ ਉਪਲਬਧ ਕਰਵਾਵਾਂਗੇ, ਤੁਹਾਨੂੰ ਸਸਤੇ ਰੇਟ 'ਤੇ ਬਿਜਲੀ ਦੇਵਾਂਗੇ। ਤਾਂ ਇਹ ਸਿਸਟਮ ਆਪਣੇ ਵੀ ਲਾਂਚ ਹੋਇਆ ਹੋਇਆ ਗਿਫਟ ਸਿਟੀ। ਕਿੱਥੇ ਲਾਂਚ ਹੋਇਆ ਹੈ? ਗੁਜਰਾਤ ਦੇ ਵਿੱਚ। ਤਾਂ ਭਾਰਤ ਵਾਲੇ ਹਜੇ ਵੀਜ਼ਾ ਨਹੀਂ ਦਿੰਦੇ, ਇਹ ਨਹੀਂ ਕਹਿੰਦੇ ਵੀ ਤੁਹਾਨੂੰ ਸਿਟੀਜ਼ਨ ਬਣਾ ਦਿਆਂਗੇ ਉੱਥੋਂ ਦੇ, ਪਰ ਤੁਹਾਨੂੰ ਅਸੀਂ ਹੈਲਪ ਕਰਾਂਗੇ 5 ਸਾਲ। 5 ਸਾਲ 'ਚ ਬੰਦੇ ਦਾ ਕੰਮ ਚੱਲ ਪੈਂਦਾ ਵਧੀਆ, ਫਿਰ 5 ਸਾਲਾਂ ਬਾਅਦ ਤੁਹਾਨੂੰ ਅਸੀਂ ਕੀ ਦੇਣ ਲੱਗ ਜਾਵਾਂਗੇ, ਸਾਨੂੰ ਤੁਸੀਂ ਕੀ ਪੇ ਕਰਨਾ, ਟੈਕਸ ਪੇ। ਤਾਂ ਗਿਫਟ ਸਿਟੀ ਭਾਰਤ ਕਿੱਥੇ ਬਣਿਆ ਹੈਗਾ? ਗਾਂਧੀ ਨਗਰ ਦੇ ਵਿੱਚ। ਗਿਫਟ ਸਿਟੀ ਬਣਿਆ ਹੋਇਆ ਗਾਂਧੀ ਨਗਰ ਦੇ ਵਿੱਚ, ਗੁਜਰਾਤ ਦੇ ਵਿੱਚ। ਤੇ ਗੋਲਡਨ ਪਾਸਪੋਰਟ ਸਕੀਮ ਕੀ ਜੀ ਕਿ ਬਲਗੇਰੀਆ ਦੇ ਧਿਆਨ ਰੱਖਣਾ ਹੈ। ਗੁੱਡ ਸਾਥੀਓ, ਮੈਂ ਸ਼ਾਇਦ ਤੁਹਾਨੂੰ ਪਹਿਲਾਂ ਦੱਸਿਆ ਹੋਵੇ ਕਿ ਅੱਜ ਦੁਨੀਆ ਦੇ ਸਭ ਤੋਂ ਜ਼ਿਆਦਾ ਫੋਨ ਕਿੱਥੇ ਬਣਦੇ ਨੇ? ਦੁਨੀਆ ਦੇ ਸਭ ਤੋਂ ਜ਼ਿਆਦਾ ਫੋਨ ਕਿਹੜੇ ਦੇਸ਼ 'ਚ ਬਣਦੇ ਨੇ? ਕਿੱਥੇ ਬਣਦੇ ਨੇ ਸਾਥੀਓ? ਤਾਂ ਇਹ ਮਾਣ ਵਾਲੀ ਗੱਲ ਆ, ਦੁਨੀਆ ਦੇ ਸਭ ਤੋਂ ਜ਼ਿਆਦਾ ਫੋਨ ਕਿੱਥੇ ਬਣਦੇ ਨੇ? ਭਾਰਤ ਵਿੱਚ ਬਣਦੇ ਨੇ। ਇੰਡੀਆ 'ਚ ਦੁਨੀਆ ਦੇ ਸਭ ਤੋਂ ਜ਼ਿਆਦਾ ਕੀ ਬਣਦੇ ਨੇ? ਫੋਨ ਬਣਦੇ। ਸਾਡੇ ਨੋਇਡਾ ਦੇ ਵਿੱਚ ਸੈਮਸੰਗ ਵਾਲਿਆਂ ਨੇ ਫੈਕਟਰੀ ਲਾਈ ਹੈ, ਨੋਇਡਾ ਦੇ ਵਿੱਚ। ਅੱਜ 2 ਸਾਲ ਪਹਿਲਾਂ ਲਾਈ ਸੀਗੀ ਸੈਮਸੰਗ ਵਾਲਿਆਂ ਨੇ ਫੈਕਟਰੀ ਲਾਈ ਆ, ਜਿਹਦੇ ਵਿੱਚ ਹਰ ਰੋਜ਼ 1 ਕਰੋੜ ਫੋਨ ਦਾ ਡਿਸਕ ਹੈਗਾ ਬਣਾਇਆ ਜਾਂਦਾ। 1 ਕਰੋੜ ਫੋਨ ਤਾਂ ਇਕੱਲੇ ਨੋਇਡਾ ਦੇ ਵਿੱਚ ਬਣ ਰਿਹਾ, ਕਹਿਣਾ ਮਤਲਬ। ਤਾਂ ਨੋਇਡਾ 'ਚ ਹਰ 1 ਕਰੋੜ ਫੋਨ ਬਣਦਾ। ਇਹ ਤੋਂ ਇਲਾਵਾ ਤੁਸੀਂ ਲਾ ਲਓ ਸਾਡੇ ਬੰਗਲੌਰ ਦੇ ਵਿੱਚ ਕਾਫੀ ਵੱਡੇ ਪੱਧਰ 'ਤੇ ਕੀ ਆ ਇੰਡਸਟਰੀ ਲੱਗੀ ਹੋਈ ਆ। ਸਾਡੇ ਦਿੱਲੀ ਦੇ ਵਿੱਚ ਵੱਡੀ ਇੰਡਸਟਰੀ ਲੱਗੀ ਹੋਈ ਆ। ਗੁਜਰਾਤ ਦੇ ਵਿੱਚ ਕੀ ਆ ਵੱਡੀ ਇੰਡਸਟਰੀ ਲੱਗੀ, ਹੈਦਰਾਬਾਦ ਦੇ ਵਿੱਚ ਐਪਲ ਦੀ ਹੈਦਰਾਬਾਦ 'ਚ ਇੰਡਸਟਰੀ ਲੱਗੀ ਹੋਈ। ਸਾਥੀਓ ਵੱਡੇ ਪੱਧਰ 'ਤੇ ਫੋਨ ਕੀ ਇੰਡੀਆ 'ਚ ਕੀ ਆ ਬਣਦੇ ਨੇ, ਪਰ ਪ੍ਰੋਬਲਮ ਕੀ ਆ ਇੰਡੀਆ 'ਚ ਨਾ ਜਿਹੜਾ ਕੱਚਾ ਮਾਲ, ਹੁਣ ਜਿਵੇਂ ਭਾਰਤ 'ਚ ਫੋਨ ਬਣਦਾ ਗਿਆ, ਪਰੰਤੂ ਜਿਹੜੀ ਬੈਟਰੀ ਮੋਬਾਈਲ 'ਚ ਪੈਂਦੀ ਆ ਨਾ, ਉਹ ਭਾਰਤ ਨਹੀਂ ਸੀ ਬਣਦੀ, ਉਹ ਬਣਦੀ ਸੀ ਚੀਨ ਦੇ ਵਿੱਚ। ਬੈਟਰੀਆਂ ਬਣਦੀਆਂ ਸੀ ਚੀਨ ਦੇ ਵਿੱਚ, ਉਹ ਚੀਨ ਦੀਆਂ ਬੈਟਰੀਆਂ ਕਿੱਥੇ ਲੈ ਕੇ ਆਉਂਦੇ? ਭਾਰਤ 'ਚ ਲੈ ਕੇ ਆਉਂਦੇ। ਫਿਰ ਕੱਲ੍ਹ ਨੂੰ ਪ੍ਰੋਬਲਮ ਆ ਨਾ, ਚੀਨ ਨਾਲ ਸਾਡੀ ਲੜਾਈ ਹੋ ਗਈ, ਕੱਲ੍ਹ ਨੂੰ ਚੀਨ ਕਹਿੰਦੇ ਤਾਂ ਬੈਟਰੀਆਂ ਦਿੰਦੇ ਨਹੀਂ, ਸਮਝੇ ਗੱਲ ਨੂੰ? ਫਿਰ ਆਪਣੇ ਫੋਨ ਵੀ ਤਾਂ ਡਿਸਕ ਹੋ ਜਾਣਗੇ, ਬੈਟਰੀ ਤੋਂ ਉਹਨਾਂ ਦਾ ਫੋਨ ਦਾ ਕੰਮ ਨਹੀਂ ਨਾ ਕੋਈ। ਤਾਂ ਸਾਥੀਓ ਭਾਰਤ ਨੇ ਹੁਣ ਭਾਰਤ ਦੀ ਪਹਿਲੀ ਬੈਟਰੀ, ਮੋਬਾਈਲ ਬੈਟਰੀ, ਹਾਲਾਂਕਿ ਉਹਨੂੰ ਮੋਬਾਈਲ ਬੈਟਰੀ ਨਹੀਂ ਕਹਿੰਦੇ, ਉਹਨੂੰ ਕਹਿੰਦੇ ਨੇ ਲੀਥੀਅਮ ਬੈਟਰੀ।
ਬਹੁਤ ਵਧੀਆ ਗੱਲ ਦੱਸ ਰਿਹਾਗਾ। ਕੁਐਸਚਨ ਆਊ ਵੀ ਜਿਹੜੀ ਸਾਡੀਆਂ ਬੈਟਰੀਆਂ ਨੇ ਮੋਬਾਈਲਾਂ ਦੀਆਂ, ਕੰਪਿਊਟਰਾਂ ਦੀਆਂ, ਲੈਪਟਾਪਸ ਦੀਆਂ, ਟੈਬਲੇਟਸ ਦੀਆਂ, ਉਹ ਕਿਹੜੀ ਧਾਤ ਤੋਂ ਬਣਦੀਆਂ ਨੇ ਸਾਥੀਓ? ਕਿਹੜੀ ਧਾਤ ਤੋਂ ਬਣਦੀਆਂ ਨੇ? ਲੀਥੀਅਮ ਧਾਤ ਤੋਂ ਬਣਦੀਆਂ। ਧਿਆਨ ਰੱਖਿਓ ਇਹ ਗੱਲ, ਇਹਨੂੰ ਕਹਿੰਦੇ ਲੀਥੀਅਮ ਬੈਟਰੀਜ਼, ਜਿਹੜੀਆਂ ਚਾਰਜ ਹੁੰਦੀਆਂ ਨੇ। ਇਹਦੀ ਸਭ ਤੋਂ ਵੱਡੀ ਪਹਿਲੀ ਫੈਕਟਰੀ ਭਾਰਤ ਦੇ ਵਿੱਚ ਕੀ ਹੈ, ਲੱਗ ਚੁੱਕੀ ਆ। ਕੁਐਸਚਨ ਆਉ ਵੀ ਕਿੱਥੇ ਲੱਗ ਚੁੱਕੀ ਆ ਸਾਥੀਓ? ਇਹ ਲੱਗ ਚੁੱਕੀ ਆ ਗੁਜਰਾਤ ਵਿੱਚ। ਧਿਆਨ ਰੱਖਣਾ, ਭਾਰਤ ਦੀ ਪਹਿਲੀ ਲੀਥੀਅਮ ਬੈਟਰੀ ਵੀ ਹੁਣ ਲੱਗ ਚੁੱਕੀ ਆ। ਹੁਣ ਸਾਨੂੰ ਬੈਟਰੀਆਂ ਵਾਸਤੇ ਚੀਨ ਤੇ ਡਿਪੈਂਡੈਂਟ ਨਹੀਂ ਹੋਣਾ ਪੈਣਾ। ਹੌਲੀ ਹੌਲੀ ਬੈਟਰੀਆਂ ਵੀ ਭਾਰਤ ਵਿੱਚ ਦੈਟ ਇਜ਼ ਕਿ ਬਣਨੀਆਂ ਕੀ ਹੋ ਜਾਣਗੀਆਂ, ਸਟਾਰਟ ਹੋ ਜਾਣਗੀਆਂ। ਕੰਪਨੀ ਦਾ ਨਾਮ ਵੀ ਵੈਸੇ ਪੁੱਛਦੇ ਨਹੀਂ, ਕੰਪਨੀ ਨੈਕਸਟ ਚਾਰਜ, ਜਿਹਨੇ ਇਹ ਫੈਕਟਰੀ ਕੀ ਆ ਭਾਰਤ ਵਿੱਚ ਲਾਈ। ਨੈਕਸਟ ਚਾਰਜ ਨੇ ਫੈਕਟਰੀ ਲਾਈ ਆ ਲੀਥੀਅਮ ਦੀ ਬੈਟਰੀ ਇਹਦੇ ਵਿੱਚ ਗੁਜਰਾਤ ਦੇ ਵਿੱਚ। ਤੇ ਸੈਮਸੰਗ ਦੀ ਫੈਕਟਰੀ ਕੀ 'ਚ ਲੱਗੀ ਹੋਈ ਹੈ? ਨੋਇਡਾ ਦੀ ਲੱਗੀ ਹੋਈ ਆ, ਜੋ ਸੈਮਸੰਗ ਦੀ ਵੀ ਦੁਨੀਆ ਦੀ ਵੀ ਸਭ ਤੋਂ ਵੱਡੀ ਫੈਕਟਰੀ ਹੈ। ਕਿਹਦੀ? ਮੋਬਾਈਲਾਂ ਦੀ। ਧਿਆਨ ਰੱਖਣਾ, ਦੁਨੀਆ ਦੀ ਸਭ ਤੋਂ ਵੱਡੀ ਫੈਕਟਰੀ ਕਿੱਥੇ ਸਾਥੀਓ? ਮੋਬਾਈਲਾਂ ਦੀ। ਕਿਹਦੇ ਵਿੱਚ? ਨੋਇਡਾ 'ਚ ਲੱਗੀ ਹੋਈ ਆ। ਤੇ ਸੈਮਸੰਗ ਕੰਪਨੀ ਦੇ ਕੀ ਬਣਦੇ ਨੇ ਫੋਨ। ਮੋਦੀ ਸਾਹਿਬ ਨੇ ਸਕੀਮਾਂ ਹੀ ਗੁਜਰਾਤ 'ਚ ਹੀ ਹੋਈਆਂ। ਫਿਰ ਉਹ ਉਹੀ ਆ ਨਾ ਗੱਲ, ਸਰਕਾਰ ਹਾਂ ਉਹ ਹੈ ਵੀ ਚਲੋ ਉਧਰਲਾ, ਬਾਕੀ ਹੈ ਨਾ ਉਹ ਫਿਰ ਇਹ ਜੀ ਕੰਮ ਬਾਹਲੇ ਕਰਦੇ ਨੇ। ਅਸਲ ਵਿੱਚ ਗੁਜਰਾਤ ਨੂੰ ਇੱਕ ਵਪਾਰੀ ਸਟੇਟ ਆ, ਉਹ ਖੇਤੀਬਾੜੀ ਵਾਲਾ ਸਟੇਟ ਨਹੀਂ ਹੈਗਾ, ਕਿਉਂਕਿ ਨਾਲ ਸਮੁੰਦਰ ਲੱਗਦਾ ਉਹਦੇ ਤੋਂ। ਵਪਾਰ ਪਹਿਲਾਂ ਤੋਂ ਹੀ ਉਹਨੂੰ ਸਕੀਮਾਂ ਇਹ ਚੱਲਦੀਆਂ ਆਈਆਂ ਨੇ ਵੀ ਅਸੀਂ ਭਾਈ ਫਰੀ ਤੁਹਾਨੂੰ ਘੱਟ 'ਚ ਕੀ ਦੇਵਾਂਗੇ, ਆਹ ਦੇਵਾਂਗੇ। ਹੁਣ ਜਿਹੜਾ ਬੰਦਾ ਉਦਯੋਗਪਤੀ ਨੈਕਸਟ ਚਾਰਜ ਜਿਹੜਾ ਕੋਈ ਭਾਰਤ ਦਾ ਬੰਦਾ ਹੋਊਗਾ ਤਾਂ ਬਾਹਰਲੇ ਹੋਣਾ, ਉਹਨੂੰ ਕੀ ਲੱਗਿਆ ਹੋਊਗਾ ਗੁਜਰਾਤ ਦੇ ਵਿੱਚ ਸਾਨੂੰ ਘੱਟ ਕੀ ਹੈ, ਸਸਤੇ ਰੇਟ 'ਤੇ ਬਿਜਲੀ ਮਿਲ ਰਹੀ ਆ, ਸਾਨੂੰ ਜ਼ਮੀਨ ਮਿਲ ਰਹੀ ਹੈ ਇੱਥੇ, ਤਾਂ ਅਸੀਂ ਦੈਟ ਇਜ਼ ਕਿ ਫੈਕਟਰੀ ਚਲਾਵਾਂਗੇ। ਹੁਣ ਦੇਖੋ ਜੀ, ਆਪਣੀ ਸਰਕਾਰ ਨੇ, ਪੰਜਾਬ ਸਰਕਾਰ ਨੇ ਜੀ ਇਹ ਮੋਟਿਵ ਲਿਆ ਵੀ ਭਾਈ ਸਰਕਾਰੀ ਜ਼ਮੀਨਾਂ ਖਤਮ ਕਰੋ, ਸਾਨੂੰ ਦਿਓ। ਉਹਦਾ ਕਾਰਨ ਕੀ? ਉਹਦਾ ਕਾਰਨ ਆਹੀ ਆ, ਸਰਕਾਰੀ ਜ਼ਮੀਨ ਲੈਣਗੇ ਫਿਰ ਕੋਈ ਬੰਦਾ ਕਹੂ ਜੀ ਮੈਂ ਫੈਕਟਰੀ ਲਾਉਣਾ ਚਾਹੁੰਦਾ। ਕੱਲ੍ਹ ਪਰਸੋਂ ਆਪਣੇ ਵਾਲਿਆਂ ਨੇ ਜਿੰਨੇ ਰਿਲਾਇੰਸ ਕੰਪਨੀ ਜਾਂ ਵੱਡੀਆਂ ਕੰਪਨੀ ਉਹਦੇ ਨਾਲ ਮੀਟਿੰਗ ਕੀਤੀ ਆ। ਹੁਣ ਮੀਟਿੰਗ 'ਚ ਉਹਨਾਂ ਨੇ ਕੀ ਕਿਹਾ ਹੋਊਗਾ ਵੀ ਭਾਈ ਅਸੀਂ ਫੈਕਟਰੀ ਲਾਉਣਾ ਚਾਹੁੰਦੇ ਆ, ਸਾਨੂੰ ਦਿਓ ਸਹੂਲਤਾਂ, ਦਿਓ ਸਾਨੂੰ ਜ਼ਮੀਨਾਂ ਪ੍ਰੋਵਾਈਡ ਕਰਾਓ। ਤੇ ਜ਼ਮੀਨ ਤਾਂ ਸਰਕਾਰ ਨਹੀਂ ਪ੍ਰੋਵਾਈਡ ਕਰਨੀ ਆ ਨਾ, ਜੇ ਜ਼ਮੀਨ ਹੋਊਗੀ ਤਾਂ ਹੀ ਉਹ ਪ੍ਰੋਵਾਈਡ ਕਰਾਓ। ਤਾਂ ਹੀ ਸਰਕਾਰ ਇਹ ਕਹਿ ਰਹੀ ਵੀ ਸਾਨੂੰ ਜ਼ਮੀਨ ਦਿਓ ਭਾਈ, ਜਿਹੜੀ ਸਰਕਾਰੀ ਜ਼ਮੀਨ ਸਾਨੂੰ ਵਾਪਸ ਕਰੋ, ਤਾਂ ਕਿ ਅਸੀਂ ਉੱਤੇ ਕੀ ਕੋਈ ਫੈਕਟਰੀ ਲਾ ਸਕੀਏ। ਫੈਕਟਰੀ ਲੱਗੂਗੀ, ਬਾਹਰਲਾ ਬੰਦਾ ਫੈਕਟਰੀ ਲਾਊਗਾ, ਫੇਰ ਹੀ ਆਪਾਂ ਨੂੰ ਕੀ ਮਿਲੂਗਾ? ਸਾਰਾ ਕੁਝ ਇੱਕ ਦੂਜੇ ਨਾਲ ਅਟੈਚ ਹੈ ਇਹ ਗੱਲਾਂ ਦਾ। ਸਮਝੇ ਗੱਲ ਨੂੰ? ਬਿਜਲੀ ਆਊਗੀ, ਟਰਾਂਸਪੋਰਟੇਸ਼ਨ ਹੋ, ਟਰਾਂਸਪੋਰਟੇਸ਼ਨ 'ਚ ਪੰਜਾਬ ਬਹੁਤ ਵਧੀਆ ਹੈਗਾ। ਸਾਡੀਆਂ ਸਾਰੀ ਸੜਕਾਂ ਕੀ ਹੈ ਬਹੁਤ ਵਧੀਆ ਬਣੀਆਂ ਹੋਈਆਂ ਨੇ, ਸਮਾਨ ਲਿਆਉਣ ਜਾਂ ਭੇਜਣ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ। ਮੇਨ ਰੌਲਾ ਕੀ ਹੈਗਾ ਜ਼ਮੀਨ ਦਾ। ਜ਼ਮੀਨ ਭਾਰਤ ਪੰਜਾਬ ਦੇ ਵਿੱਚ ਬਹੁਤ ਮਹਿੰਗੀ ਮਿਲਦੀ ਹੈ। ਪਹਿਲੀ ਗੱਲ ਦੇ ਵਿੱਚ ਤਾਂ ਪੰਜਾਬ ਦੀ ਜ਼ਮੀਨ ਮਹਿੰਗੀ ਵੀ ਹੈ ਅਤੇ ਮਿਲ ਵੀ ਨਹੀਂ ਰਹੀ। ਦੂਜੀ ਗੱਲ ਦੇ ਵਿੱਚ ਤਾਂ ਇਕੱਠੀ ਜ਼ਮੀਨ ਫੈਕਟਰੀ ਵਾਲਾ ਬੰਦਾ ਕਹਿੰਦਾ ਥੋੜ੍ਹੀ ਪਊਗਾ ਮੈਨੂੰ, ਤਾਂ ਜੀ ਕਹਿੰਦਾ ਮਤਲਬ ਆਹ 2 ਗਜ਼ ਚਾਹੀਦੀ, ਉਹ ਤਾਂ ਕੋਈ ਮੈਨੂੰ 4 ਕਿੱਲੇ ਜ਼ਮੀਨ ਚਾਹੀਦੀ, 5 ਕਿੱਲੋ ਜ਼ਮੀਨ। ਉਹਨੇ ਗੱਲ ਤਾਂ ਉਨੀ ਜ਼ਮੀਨ ਕੀ ਹੈ ਸਰਕਾਰ 'ਚ ਪ੍ਰੋਵਾਈਡ ਨਹੀਂ ਕਰਵਾ ਰਹੀ। ਕਿਸੇ ਕਿਸਾਨ ਨੂੰ ਕਹੂਗਾ, ਕਿਸਾਨ ਦਾ ਆਪਣੇ ਹਿਸਾਬ ਨਾਲ ਮੰਗੂਗਾ ਨਾ ਵੀ ਮੈਂ ਤਾਂ ਭਾਈ ਇੰਨੇ ਰੁਪਏ ਚਾਹੀਦੇ ਨੇ, 10 ਰੁਪਏ ਚਾਹੀਦਾ, ਉਹਨੇ ਨਾਲ ਬਿਜ਼ਨਸਮੈਨ ਨੂੰ ਬਾਕੀ ਸੈੱਟ ਨਹੀਂ ਜਾਂਦਾ ਵਗੈਰਾ ਵਗੈਰਾ ਰੌਲੇ ਨਹੀਂ ਨਾ ਆਉਣ ਦੇ। ਤਾਂ ਕਰਕੇ ਕੁੱਤ ਲੱਗਦੀਆਂ ਨੇ ਸਕੀਮ ਮੋਸਟਲੀ। ਹਾਂ, ਤਾਂ ਹੀ ਤੁਹਾਡੀ ਅੰਬਾਨੀ ਨੇ, ਉਹ ਵੀ ਅੰਬਾਨੀ ਗੁਜਰਾਤ ਦਾ, ਅਡਾਨੀ ਵੀ ਗੁਜਰਾਤ ਦਾ, ਤੇ ਸਾਰੇ ਗੁਜਰਾਤੀ ਨੇ ਅਸਲ ਵਿੱਚ, ਦੋਨੇ ਗੁਜਰਾਤ ਦੇ ਨੇ। ਸਮਝੇ ਗੱਲ ਨੂੰ? ਤਾਂ ਗੁਜਰਾਤ ਜਿਹੜਾ ਕਲਚਰ ਆ ਉਹ ਸਾਰਾ ਬਿਜ਼ਨਸ ਕਲਚਰ ਆ ਅਸਲ ਦੇ ਵਿੱਚ। ਅੱਗੇ ਚੱਲਦੇ ਹਾਂ। ਅੱਗੇ ਲਿਖੋ ਸਾਥੀਓ, ਇੱਕ ਨਾ ਨਾਰਥ ਈਸਟ, ਤੁਹਾਨੂੰ ਪਤਾ ਨਾਰਥ ਈਸਟ ਦੇ ਵਿੱਚ ਸਾਡੇ ਜਿਹੜੇ ਰਾਜ ਆ ਗਏ ਕਿਹੜੇ, ਜਿਵੇਂ ਮਿਜ਼ੋਰਮ ਆ ਗਿਆ, ਮਣੀਪੁਰ ਆ ਗਿਆ, ਅਰੁਣਾਚਲ ਪ੍ਰਦੇਸ਼ ਆ ਗਿਆ। ਇਹਨਾਂ ਦਾ ਭੋਜਨ ਨਾ ਬੜਾ ਅਲੱਗ ਜਿਹਾ ਭੋਜਨ ਆ, ਖਾਣਾ ਪੀਣਾ। ਪਰ ਪਹਿਲਾਂ ਸਰਕਾਰਾਂ ਇਹਦੇ ਫੋਕਸ ਨਹੀਂ ਕਰਦੀਆਂ। ਹੁਣ ਇਹਦੇ ਭੋਜਨ ਨੂੰ, ਜਿਵੇਂ ਚਾਈਨੀਜ਼ ਭੋਜਨ ਨਹੀਂ, ਹੁਣ ਬਰਗਰ ਵਗੈਰਾ ਆਪਣੇ ਭੋਜਨ ਦਾ ਨਹੀਂ ਹੈਗੇ, ਇਹ ਬਰਗਰ ਵਗੈਰਾ ਕਿਹਦੇ ਨੇ? ਚਾਈਨਾ ਦੇ ਨੇ। ਜੇ ਤੁਸੀਂ ਪੁਰਾਣਾ ਪੜ੍ਹੋ, ਚਾਈਨਾ 'ਚ ਕਿਵੇਂ ਗਏ? ਇਹ ਗਏ ਨੇ ਆਪਣੇ ਨਾਰਥ ਈਸਟ ਤੋਂ, ਨਾਰਥ ਈਸਟ ਤੋਂ ਗਏ ਨੇ ਉੱਧਰਲੇ ਪਾਸੇ। ਸਾਰੇ ਇਹਦੇ ਭੋਜਨ ਵਗੈਰਾ ਬਣਦੇ ਨੇ, ਨੂਡਲਸ ਵਗੈਰਾ ਬਣਦੇ ਨੇ। ਤਾਂ ਆਪਣੇ ਉਹ ਭੋਜਨਾਂ 'ਚ ਬਹੁਤ ਵੈਰਾਈਟੀ ਆ ਨਾਰਥ ਈਸਟ ਦੇ ਅੰਦਰ। ਤਾਂ ਹੁਣ ਆਪਣਾ ਵੀ ਕੋਈ ਭੋਜਨ ਇਹੋ ਜਿਹਾ ਬਣੇ ਤਾਂ ਹਰ ਸਾਲ ਇੱਕ ਨਾਰਥ ਈਸਟ ਫਾਸਟ ਫੂਡ ਕੌਨਕਲੇਵ ਲਗਾਈ ਜਾਂਦੀ ਹੈ, ਜਿਹਦੇ ਵਿਚਕਾਰ ਅਲੱਗ-ਅਲੱਗ ਤਰ੍ਹਾਂ ਦੇ ਭੋਜਨ ਨਾਰਥ ਈਸਟ ਦੇ ਜਿੰਨੇ ਵੀ ਤਰ੍ਹਾਂ ਦੇ ਖਾਣੇ ਬਾਣੇ ਨੇ ਉਹਨਾਂ ਦਾ ਚਲਾਉਂਦੇ ਨੇ, ਉਹ ਕੌਨਕਲੇਵ ਲਾਉਂਦੇ ਨੇ। ਅਲੱਗ-ਅਲੱਗ ਲੋਕ ਖਾਣ ਪੀਣ ਵਾਸਤੇ ਆਉਂਦੇ ਨੇ, ਫਿਰ ਦੇਖਦੇ ਨੇ ਵੀ ਕਿਵੇਂ ਕੀ ਬਣਦਾ। ਕੁਐਸਚਨ ਹੈ ਕਿ ਇਸ ਸਾਲ 2022 ਦੀ ਨਾਰਥ ਈਸਟ ਫਾਸਟ ਫੂਡ ਕੌਨਕਲੇਵ ਕਿੱਥੇ ਲਗਾਈ ਗਈ ਆ ਸਾਥੀਓ? ਇਹ ਲਗਾਈ ਗਈ ਆ ਸ਼ਿਲੌਂਗ ਦੇ ਵਿੱਚ। ਇਹ ਲਗਾਈ ਗਈ ਹੈ ਸ਼ਿਲੌਂਗ। ਹੁਣ ਕੁਐਸਚਨ ਤੁਹਾਡੇ ਤੇ ਆ ਕਿ ਸ਼ਿਲੌਂਗ ਕਿਹੜੇ ਰਾਜ ਦੀ ਰਾਜਧਾਨੀ ਹੈ? ਸ਼ਿਲੌਂਗ ਕਿਹੜੇ ਰਾਜ ਦੀ ਰਾਜਧਾਨੀ ਹੈ ਭਾਰਤ ਦੀ? ਹੈ ਜੀ ਮੇਘਾਲਿਆ ਦੀ। ਸ਼ਾਬਾਸ਼। ਤਾਂ ਸਾਥੀਓ ਅਸੀਂ ਦੇਖਦੇ ਹਾਂ ਕਿ ਮੇਘਾਲਿਆ ਸੂਬੇ ਦੀ ਰਾਜਧਾਨੀ ਭਾਰਤ ਦੀ ਕਿਹੜੀ ਹੈ? ਇਟ ਇਜ਼ ਸ਼ਿਲੌਂਗ। ਇਟ ਇਜ਼ ਅ ਸ਼ਿਲੌਂਗ। ਤਾਂ ਸ਼ਿਲੌਂਗ ਕੀ ਹੈ? ਮੇਘਾਲਿਆ ਦੀ ਕੀ ਹੈ?